ਵੌਇਸ ਆਫ ਇੰਡੀਆ ਦੇ ਆਪ ਸਾਰਿਆਂ ਦਾ ਸਵਾਗਤ ਹੈ ਜੀ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਪੰਜਾਬੀ ਸਾਥ ਤੇ ਮੇਰੇ ਨਾਲ ਨੇ ਗੁਰਨਿੰਦਰ ਪਾਲੀ ਜੀ। ਬਾਲ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਵਾਇਸ ਆਫ ਇੰਡੀਆ ਦੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਬਾਲ ਸਾਹਿਬ, ਪੰਜਾਬੀ ਸਾਥ ਵਿੱਚ ਅਸੀਂ ਪੰਜਾਬੀਆਂ ਦੀ ਗੱਲ ਕਰਦੇ ਹਾਂ, ਬਿਲਕੁਲ ਪੰਜਾਬੀਅਤ ਦੀ ਗੱਲ ਕਰਦੇ ਹਾਂ। ਬਿਲਕੁਲ ਜੀ। ਇੱਕ ਇਹਨਾਂ ਦਿਨਾਂ ਦੇ ਵਿੱਚ ਬੜੀ ਚਰਚਾ ਚੱਲ ਰਹੀ ਹੈ ਸੋਸ਼ਲ ਮੀਡੀਆ ਤੇ, ਖਾਸ ਕਰਕੇ ਮੀਡੀਆ ਦੇ ਵਿੱਚ ਵੀ, ਅਖਬਾਰਾਂ ਵਿੱਚ ਵੀ, ਸਾਰੇ ਜਗ੍ਹਾ ਆਉਂਦੀ ਪਈ ਗੱਲ ਜੀ। ਉਹ ਹੈਗੀ ਜੀ ਵੀ ਜਿਹੜੀਆਂ ਕੁੜੀਆਂ ਕਿਸੇ ਨਾ ਕਿਸੇ ਤਰੀਕੇ ਨਾਲ ਪੜ੍ਹ ਜਾਂਦੀਆਂ ਜੀ ਅੰਗਰੇਜ਼ੀ ਦੇ ਵਿੱਚੋਂ ਚੰਗੇ ਬੈਂਡ ਲੈ ਲੈਂਦੀਆਂ ਜੀ ਤੇ ਫਿਰ ਉਹ ਇੱਧਰ ਕੈਨੇਡਾ ਅਮਰੀਕਾ 'ਚ ਆ ਜਾਂਦੀਆਂ। ਜੀ ਉਹਨਾਂ ਬਾਰੇ ਸ਼ਿਕਾਇਤ ਆ ਸਾਡੇ ਭਾਈਚਾਰੇ ਜੀ। ਨੂੰ ਕਿ ਉਹ ਉੱਥੇ ਜਾ ਕੇ ਕੈਨੇਡਾ ਦੇ ਵਿੱਚ ਪਿਛਲਿਆਂ ਨੂੰ ਭੁੱਲ ਜਾਂਦੀਆਂ। ਉਹਨਾਂ ਦੇ ਉੱਤੇ ਮੁੰਡਿਆਂ ਨੇ ਖਰਚ ਕੀਤਾ ਹੁੰਦਾ, ਮੁੰਡੇ ਵਾਲੇ ਪਰਿਵਾਰ ਨੇ ਖਰਚ ਕੀਤਾ ਹੁੰਦਾ 30 35 40 ਲੱਖ ਰੁਪਈਆ ਜੀ ਖਰਚ ਕੀਤਾ ਹੋਇਆ। ਇਸ ਤਰੀਕੇ ਦੀ ਗੱਲ ਜਿਹੜੀ ਕੀਤੀ ਜਾਂਦੀ, ਇਹ ਬੜੀ ਚਰਚਾ ਇਹਨਾਂ ਦਿਨਾਂ 'ਚ ਚੱਲ ਰਹੀ ਹੈ। ਕੌਣ ਠੀਕ ਹੈ, ਕੌਣ ਗਲਤ ਹੈ, ਇਹ ਵੀ ਸਾਡੇ ਲਈ ਫਿਕਰਮੰਦੀ ਵਾਲੀ ਗੱਲ ਹੈ ਕਿ ਅਸਲ ਵਿੱਚ ਕਹਾਣੀ ਕੀ ਹੈਗੀ, ਵਿਚਾਰਨ ਵਾਲੀ ਗੱਲ ਹੈ ਜੀ। ਵਿਚਾਰਨ ਵਾਲੀ ਗੱਲ। ਕੀ ਲੱਗਦਾ ਜੀ? ਸਭ ਤੋਂ ਵੱਡੀ ਗੱਲ ਤੇ ਇਹ ਹੈ ਜੀ ਕਿ ਜੋ ਅਸੀਂ ਲੋਕਾਂ ਨਾਲ ਸੁਣਦੇ ਸਾਂ ਇੱਧਰੋਂ ਉੱਧਰੋਂ ਪਹਿਲਾਂ ਵੀ ਮੁੰਡੇ ਚਲੇ ਜਾਂਦੇ ਆ ਬਾਹਰ ਜੀ, ਵਿਆਹ ਕਰਾ ਕੇ ਉਧਰ ਵੀ ਵਿਆਹੇ ਹੁੰਦੇ ਆ। ਆਪਾਂ ਪਹਿਲਾਂ ਤੋਂ ਸ਼ੁਰੂ ਕਰੀਏ। ਹਾਂਜੀ, ਪਹਿਲਾਂ ਅੱਗੇ ਹੁੰਦਾ ਸੀ ਆਮ ਤੌਰ ਤੇ ਉੱਧਰ ਵੀ ਵਿਆਹੇ ਹੁੰਦੇ ਆ, ਫਿਰ ਉਹ ਵਿਚਾਰੀਆਂ ਉਧਰ ਉਡੀਕਦੀਆਂ ਸੀਗੀਆਂ, ਕਰਦੀਆਂ ਸੀਗੀਆਂ। ਤੇ ਕਹਿੰਦੇ ਕਿ ਕੁਦਰਤ ਜਿਹੜੀ ਹੈ ਜੀ ਉਹ ਹਰ ਵਾਰੀ ਚੇਂਜ ਭਾਲਦੀ ਆ, ਸਮਾਂ ਚੇਂਜ ਹੁੰਦਾ ਆ। ਨੋ ਡਾਊਟ ਕਿ ਉਹ ਵੀ ਕੰਮ ਮਾੜਾ ਸੀ ਤੇ ਕੰਮ ਆ ਵੀ ਮਾੜਾ। ਠੀਕ ਹੈ। ਮਾੜੇ ਮਾੜੇ ਨੂੰ ਹਰ ਇੱਕ ਨੇ ਮਾੜਾ ਕਹਿਣਾ, ਲੇਕਿਨ ਉਦੋਂ ਮੀਡੀਆ ਦਾ ਥੋੜਾ ਜਿਹਾ ਜ਼ੋਰ ਘੱਟ ਸੀਗਾ ਤੇ ਗੱਲ ਚੁੱਕੀ ਨਹੀਂ ਗਈ। ਹੁਣ ਮੈਂ ਸੁਣਨ ਚਾਹੁੰਦਾ ਜੀ, ਤੁਸੀਂ ਮੁੰਡਿਆਂ ਵਾਲੀ ਗੱਲ ਨਹੀਂ ਚੁੱਕੀ। ਉਦੋਂ ਮੁੰਡੇ ਆ ਕਰਦੇ ਸੀ, ਉਦੋਂ ਵੀ ਹੁੰਦਾ ਸੀ, ਕਿਉਂਕਿ ਸਾਡੀਆਂ ਭੈਣਾਂ, ਸਾਡੀਆਂ ਮਾਤਾਵਾਂ, ਛੋਟੀਆਂ ਬੱਚੀਆਂ ਵੀ ਇਹ ਗੱਲ ਨੂੰ ਕਹਿੰਦੀਆਂ ਨੇ। ਮੈਂ ਫੇਸਬੁੱਕ ਤੇ ਜਿੰਨਾ ਮਾੜਾ ਮੋਟਾ ਕਦੀ ਕਦੀ ਸ਼ਨੀ ਐਤਵਾਰ ਮੌਕਾ ਮਿਲੇ ਦੇਖ ਲੈਂਦਾ, ਜਾਂ ਹੋਰ ਮੀਡੀਆ ਦੇਖ ਲਈਦੇ। ਲੇਕਿਨ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਉਦੋਂ ਮੀਡੀਆ ਨਹੀਂ ਸੀ ਹੈਗਾ, ਨਹੀਂ ਤੇ ਬੇਇੱਜ਼ਤੀ ਤੇ ਇੱਜ਼ਤ ਇੰਨੀ ਹੋਣੀ ਸੀ ਜਿੰਨੀ ਹੁਣ ਹੁੰਦੀ ਆ। ਵੀ ਉਹ ਨਹੀਂ ਤੂੰ ਵਾਅਦੇ ਕਰਕੇ ਮੁੱਕਰੀ ਨੇ 7.5 ਬੈਂਡਾਂ ਵਾਲੀ, ਥੋੜੇ ਦਿਨ ਪਹਿਲਾਂ ਮੈਂ ਵੀ ਕਰਤਾ ਲਈ ਸੀ। ਨਹੀਂ, ਜਿਹੜੀ ਤੁਸੀਂ ਗੱਲ ਕੀਤੀ ਨਾ, ਜਿਹੜੇ ਮੁੰਡੇ ਹੈਗੇ ਸੀਗੇ ਉਹ ਪਹਿਲਾਂ ਮੁੰਡਿਆਂ ਵਾਲੀ ਗੱਲ ਸੀ, ਮੁੰਡਿਆਂ ਦੇ ਦੋਸ਼ ਲੱਗਦੇ ਸੀਗੇ ਕਿ ਉਹ ਇੱਥੇ ਵਿਆਹ ਬਾਰੇ ਵੀ ਹੁੰਦੇ ਸੀਗੇ ਤੇ ਉੱਥੇ ਇੰਡੀਆ ਜਾ ਕੇ ਵੀ ਉਹਨਾਂ ਨੇ ਵਿਆਹ ਇੱਕ ਕਰ ਲੈਣਾ, ਢੋਲ ਢਮੱਕਾ ਚੰਗਾ ਕਰ ਲੈਣਾ। ਉਹ ਕੁੜੀ ਵਿਚਾਰੀ ਕਈ ਸਾਲ ਉਡੀਕਦੀ ਰਹਿੰਦੀ ਸੀ। ਇਹ ਗੱਲਾਂ ਤਾਂ ਹੋਈਆਂ ਜੀ ਜਦੋਂ ਆਮ ਤੌਰ ਤੇ ਮੀਡੀਆ ਦੇ ਵਿੱਚ ਚਰਚਾ ਹੁੰਦੀ ਸੀ ਵੀ ਵਿਦੇਸ਼ੀ ਲਾੜਿਆਂ ਤੋਂ ਬਚੋ। ਬਲਵੰਤ ਸਿੰਘ ਰਾਮੂਵਾਲੀਆ ਜਿਹੜੇ ਉਹਨਾਂ ਦੀ ਜਿਹੜੀ ਪਾਪੂਲੈਰਿਟੀ ਜਿਹੜੀ ਉਹ ਇਸ ਗੱਲ ਤੋਂ ਹੋਈ ਸੀਗੀ, ਉਹ ਕਹਿੰਦੇ ਵਿਦੇਸ਼ੀ ਲਾੜਿਆਂ ਤੋਂ ਮੈਂ ਧੀਆਂ ਜਿਹੜੀਆਂ ਬਚਾ ਰਿਹਾ, ਇਹ ਕਰ ਰਿਹਾ, ਉਹ ਕਰ ਰਿਹਾ। ਇਹ ਇੱਕ ਚਰਚਾ ਸੀ। ਇਹਦੀ ਨਵੀਂ ਚਰਚਾ ਛਿੜੀ ਨਾ ਜੀ। ਇਹਦੇ ਵਿੱਚ ਤੁਸੀਂ ਦੇਖੋ, ਭਾਰਤ ਸਰਕਾਰ ਨੇ ਇੱਕ ਰਿਪੋਰਟ ਜਿਹੜੀ ਆ ਉਹ ਪ੍ਰਕਾਸ਼ਿਤ ਕੀਤੀ ਹੈ ਕਿ 3600 ਕੇਸ ਸਾਡੇ ਕੋਲ ਆਏ ਆ ਲੜਕੀਆਂ ਦੀ ਸ਼ਿਕਾਇਤਾਂ, ਲੜਕਿਆਂ ਨੇ ਸ਼ਿਕਾਇਤਾਂ ਕੀਤੀਆਂ, ਪਰਿਵਾਰ ਉਹਨਾਂ ਨੇ ਸ਼ਿਕਾਇਤਾਂ ਕੀਤੀਆਂ ਲੜਕੀਆਂ ਬਾਰੇ ਕਿ ਉਹ ਇੱਥੇ ਵਿਆਹ ਕਰਾ ਕੇ ਸਾਡੇ ਕੋਲ ਖਰਚਾ ਕਰਵਾ ਕੇ ਉਹ ਚਲੇ ਗਈਆਂ ਤੇ ਉਹਨਾਂ ਨੇ ਸਾਡੇ ਬੰਦੇ ਨੂੰ ਸੱਦਿਆ ਹੀ ਨਹੀਂ, ਸਪਾਂਸਰ ਕੀਤਾ ਹੀ ਨਹੀਂ ਹੈਗਾ। ਉਹਦੇ ਵਿੱਚ ਮੈਜੋਰਿਟੀ ਜਿਹੜੀ ਹੈ ਜੀ ਉਹ 3000 ਪੰਜਾਬੀਆਂ ਦੀ ਹੈ। ਉਹਨਾਂ ਚੋਂ ਮੈਜੋਰਿਟੀ ਜਿਹੜੀ ਉਹ ਮਲਵਈਆਂ ਦੀ ਹੈ, ਮਾਲਵੇ ਦੇ ਲੋਕ ਜਿਹੜੇ ਹੈਗੇ ਇਸ ਕੰਮ 'ਚ ਪਏ ਹੋਏ। ਹੁਣ ਕੁਛ ਇਹ ਪਤਾ ਲੱਗਾ ਜੀ ਇਹਨਾਂ ਦਿਨਾਂ 'ਚ ਗੱਲ ਆ ਰਹੀ ਹੈ ਕਿ 3 ਲੜਕੀਆਂ ਜਿਹੜੀਆਂ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ। ਉਹਨਾਂ ਵਿੱਚੋਂ ਇੱਕ ਲੜਕੀ ਤੇ ਇਹ ਦੋਸ਼ ਹੈ ਕਿ ਉਹਨੇ ਆਪਦੇ ਸਹੁਰੇ ਪਰਿਵਾਰ ਦਾ ਫੋਨ ਚੱਕਣਾ ਹੀ ਬੰਦ ਕਰਤਾ, ਆਪਣੇ ਘਰ ਵਾਲੇ ਦਾ ਫੋਨ ਚੱਕਣਾ ਬੰਦ ਕਰਤਾ। ਉਹ ਇੰਨਾ ਜ਼ਿਆਦਾ ਪਰੇਸ਼ਾਨ ਹੋ ਗਿਆ, ਉਹਨੂੰ ਸੁਸਾਈਡ ਕਰ ਲਿਆ। ਉਹ ਧਨੌਲੇ ਵਾਲਾ ਕੇਸ ਜਿਹੜਾ ਸੀ, ਸ਼ਾਇਦ ਜਿਵੇਂ ਗਲਤ ਨਾ ਹੋਵੇ। ਬਿਲਕੁਲ। ਇਹ ਸੁਸਾਈਡ ਕਰਨੀ ਤਾਂ ਚਲੋ ਉਹ ਜਿਨ੍ਹਾਂ ਦਾ ਪੁੱਤਰ ਚਲਾ ਗਿਆ ਉਹਨਾਂ ਨੂੰ ਪਤਾ ਉਹਨਾਂ ਦੇ ਦਿਲ ਤੇ ਕੀ ਬੀਤਦੀ ਹੋਊਗੀ, ਬਹੁਤ ਮਾੜੀ ਗੱਲ ਹੈਗੀ ਹੈ। ਪਰ ਕਿੱਥੇ ਗਲਤੀ ਆ? ਮੈਂ ਲੜਕਿਆਂ ਦੇ ਪੱਖ ਜਾਂ ਲੜਕੀਆਂ ਦੇ ਪੱਖ ਦੀ ਗੱਲ ਨਹੀਂ ਕਰਦਾ, ਜ਼ਿੰਮੇਵਾਰ ਤਾਂ ਸਾਡਾ ਸਮਾਜ ਹੈ ਨਾ ਜੀ। ਬਿਲਕੁਲ 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 ਜੀ। ਕਾਰਨ ਪਤਾ ਕੀ ਜੀ, ਅਸੀਂ ਜਦੋਂ ਇਹ ਕਹਿੰਦੇ ਆ ਨਾ ਵੀ ਉਹ ਕੁੜੀ ਨੇ ਆਹ ਕਰ ਦਿੱਤਾ ਜੀ, ਮੁੰਡੇ ਨੇ ਆਹ ਕਰ ਦਿੱਤਾ, ਸਭ ਤੋਂ ਵੱਡੀ ਮੂਰਖਤਾ ਤੇ ਸਾਡੀ ਹੈ ਨਾ ਵੀ ਜਿਹੜੇ ਅਸੀਂ ਆਪਣੇ ਬੱਚਿਆਂ ਨੂੰ ਸੇਧ ਹੀ ਨਹੀਂ ਦੇ ਸਕੇ ਵੀ ਯਾਰ ਜੇ ਇੱਥੇ ਵੀ ਤੁਸੀਂ 40 ਲੱਖ ਜਿਹਨੇ ਜਾਂ 30 ਲੱਖ ਲਾਇਆ, ਨਾਲੇ ਆਪਣਾ ਬੱਚਾ ਗਵਾਇਆ। ਉਹ ਮਾਂ ਪਿਓ ਕਿੱਡਾ ਤਗੜਾ, ਮੈਂ ਕਹਿਣਾ ਨਹੀਂ ਚਾਹੁੰਦਾ ਕਿ ਉਹਨਾਂ ਦੇ ਬੱਚੇ ਦੀ ਡੈਥ ਹੋ ਗਈ, ਵੀ ਕਿੰਨਾ ਤਗੜਾ ਗਲਤ ਸਟੈਪ ਲੈ ਗਿਆ ਵੀ ਤੁਸੀਂ ਉਹ 25-30 ਲੱਖ ਲਾ ਕੇ ਰੋਟੀ ਖਾਣੀ ਹੈ ਹਰ ਇੱਕ ਬੰਦੇ ਨੇ। ਜਿੱਦਣ ਸਾਨੂੰ ਅਖੀਰ 'ਚ ਇੱਥੇ ਆਉਣਾ ਹੀ ਪੈਣਾ,
ਲੱਖ ਭੱਜ ਲਈਏ, ਲੱਖ ਦੌੜ ਲਈਏ। ਮੈਂ ਚੰਦ ਕੁ ਲਾਈਨਾਂ ਮੈਂ ਉਹਨਾਂ ਨੂੰ ਸੁਣਾ ਦਿਆਂ ਸਾਰਿਆਂ ਨੂੰ, ਕਿਉਂਕਿ ਇਹ ਅਟਲ ਸੱਚਾਈ ਆ ਦਰਸ਼ਕੋ ਕਿ ਹਾਏ ਕਿੰਨੀ ਹੁਸ਼ਿਆਰੀ ਹੋ ਗਈ, ਦੁਨੀਆ ਕਾਰੋਬਾਰੀ ਹੋ ਗਈ। ਇਹ ਕਾਰੋਬਾਰ ਆ, ਧੰਦਾ, ਬਿਲਕੁਲ, ਇਹ ਵਿਆਹ ਨਹੀਂ। ਤੇ ਹੁਸ਼ਿਆਰੀ ਵੀ ਵੇਖੋ ਵੀ ਹਾਏ ਕਿੰਨੀ ਹੁਸ਼ਿਆਰੀ ਹੋ ਗਈ, ਦੁਨੀਆ ਕਾਰੋਬਾਰੀ ਹੋ ਗਈ, ਹਰ ਪਾਸੇ ਪੈਸਾ ਹੀ ਪੈਸਾ ਤੇ ਕਿੰਨੀ ਮਾਰੋ ਮਾਰੀ ਹੋ ਗਈ। ਜੇ ਇਹਦੇ ਨਾਲ ਸਹਿਮਤ ਹੋਗੇ ਮੇਰੀਆਂ ਲਾਈਨਾਂ ਨਾਲ ਤੇ ਫਿਰ ਜ਼ਰੂਰ ਜ਼ਿਕਰ ਕਰਿਓ। ਜਿੰਨਾ ਵਾਧੂ ਉਨੀ ਚਿੰਤਾ, ਇਹ ਵੀ ਅਟਲ ਸੱਚਾਈ ਹੈ ਜੀ। ਪੈਸਾ ਜਿੰਨਾ ਤੁਹਾਡੇ ਕੋਲ ਵੱਧ ਆਊਗਾ, ਚਿੰਤਾ ਵਧੂਗੀ ਘਟੂਗੀ ਨਹੀਂ। ਕਦੀ ਉਹ ਕੁੱਲੀ 'ਚ ਬੈਠੇ ਵਿਚਾਰੇ ਨੂੰ ਜਾ ਕੇ ਚਿੰਤਾ ਆਏ ਸੋ ਜਾਂਦਾ ਉੱਥੇ। ਉਹ ਆਂਦਾ ਜਿੰਨਾ ਵਾਧੂ ਉਨੀ ਚਿੰਤਾ, ਪੈਸਾ ਵੀ ਬਿਮਾਰੀ ਹੋ ਗਈ। ਫਿਰ ਪੈਸਾ ਵੀ ਬਿਮਾਰੀ ਹੋ ਗਈ। ਹਾਂਜੀ, ਉਹ ਕਹਿੰਦਾ ਬੇਸ਼ਰਮੀ ਨੰਗੇਜ ਮੀਡੀਆ। ਹੁਣ ਜਿਹੜੀ ਅਸੀਂ ਇਹਨੇ ਰੌਲਾ ਪੈ ਗਿਆ ਜੀ, ਜੇ ਹੋ ਗਿਆ। ਹੁਣ ਸਾਡੇ ਮੀਡੀਆ 'ਚ ਹੈ ਕੀ ਹੈ? ਇੱਕ ਬੇਸ਼ਰਮੀ, ਇੱਕ ਨੰਗੇਜ, ਇੱਕ ਸ਼ੋਹਰਤ। ਬੇਸ਼ਰਮੀ ਨੰਗੇਜ ਮੀਡੀਆ ਵਿੱਚ ਸ਼ੋਹਰਤ ਕਿੰਨੀ ਲਾਚਾਰੀ ਹੋ ਗਈ। ਹੁਣ ਸ਼ੋਹਰਤ ਵੀ ਕਿੰਨੀ ਲਾਚਾਰੀ ਹੋ ਗਈ। ਮੈਂ ਕਈ ਵਾਰ ਉਹ ਕਿ ਟਿਕਟੌਕ ਜਿਹੜੀ ਆ ਉਹਦੇ ਤੇ ਕੋਈ ਸੁਣੋ ਤਾਂ ਐਡੀਆਂ ਗੰਦੀਆਂ ਗੱਲਾਂ ਹੁੰਦੀਆਂ, ਇੰਨਾ ਕੁਝ ਹੁੰਦਾ ਵੀ ਮੈਂ ਕਹਿੰਦਾ ਕੁਝ ਸੁਣਨ ਨੂੰ ਜੀ ਨਹੀਂ ਕਰਦਾ। ਕਹਿੰਦਾ ਮਿੱਠੇ ਬਣ ਕੇ ਲੁੱਟ ਲੈਣਾ ਵੀ। ਆਹ ਗੱਲ ਜੇ ਸਾਰੀ ਦੁਨੀਆ ਦੇ ਚਾਹਵੇ ਤਾਂ ਸੁਣ ਲੈ। ਮਿੱਠੇ ਬਣ ਕੇ ਲੁੱਟ ਲੈਣਾ ਵੀ ਅੱਜ ਕੱਲ ਹੁਸ਼ਿਆਰੀ ਹੋ ਗਈ। ਬਾਂਦਰ ਬਿਜੜੇ ਦਾ ਘਰ ਪੰਨਿਆ। ਆ ਜਿਹੜਾ ਹੋ ਕੇ ਕਾਂਡ ਹੋਇਆ, ਕਹਿੰਦੇ ਕਿ ਉਹਨਾਂ ਦਾ ਬੱਚਾ ਵੀ ਹੋਇਆ ਸਾਰਾ। ਬਾਂਦਰ ਬਿਜੜੇ ਦਾ ਘਰ ਪੰਨਿਆ, ਨੇਕ ਸਲਾਹ ਵੀ ਭਾਰੀ ਹੋ ਗਈ। ਲੁੱਚਾ ਲੰਡਾ ਲੀਡਰ ਬਣਿਆ, ਸ਼ਰਾਫਤ ਵੀ ਮਹਾਮਾਰੀ ਹੋ ਗਈ। ਹੁਣ ਤੇ ਆ ਵੀ ਤੁਸੀਂ ਜਿੰਨੋਂ ਦੇ ਹੈਗੇ ਤੇ ਕਰਕੇ ਲੁੱਟ ਪੱਟ ਕੇ ਖਿਸਕਾਓ, ਚਾਹੇ ਤੁਸੀਂ ਮੋਦੀ ਜੇ ਤੇ ਚਾਹੇ ਨੀਰਵ ਮੋਦੀ ਜੇ, ਚਾਹੇ ਕੋਈ ਜੇ, ਤੇ ਚਾਹੇ ਤੁਸੀਂ ਪੰਜਾਬ 'ਚੋਂ ਭੱਜਦੇ ਜੇ, ਚਾਹੇ ਛੋਟੇ ਜਿਹੇ। ਬੇਸ਼ਰਮ ਗੁੰਡੀ ਤੇ ਬੇਧਰਮੀ। ਇੱਕ ਬੇਸ਼ਰਮ ਹੋਵੇ, ਇੱਕ ਗੁੰਡੀ ਹੋਵੇ, ਤੇ ਜਾਂ ਬਿਲਕੁਲ ਹੀ ਉਹਨੂੰ ਹੋਵੇ ਵੀ ਮੈਂ ਕਿਸੇ ਨੂੰ ਕੁਛ ਮੰਨਦੀ। ਦੇਖਿਆ ਜਿਹੜੀ ਕਈ ਕਾਲੀ ਸਿੱਖਾਂ ਨੂੰ ਗਾਲਾਂ ਕੱਢਦੀਆਂ, ਕਈ ਨੇ ਹਿੰਦੂਆਂ ਨੂੰ ਗਾਲਾਂ ਕੱਢਦੀਆਂ, ਕਈ ਨੇ ਮੁਸਲਮਾਨਾਂ ਨੂੰ ਗਾਲਾਂ ਕੱਢਦੀਆਂ। ਲੇਡੀਜ਼ ਜਿਹੜੀਆਂ ਹੁੰਦੀਆਂ ਹੱਕ ਜਿਸ ਤਰ੍ਹਾਂ ਇੱਕ ਕਹਿੰਦੀ ਸੀ ਕਿ ਮੈਂ ਕਿਸਾਨਾਂ ਨੂੰ ਇੱਕ ਦਿਨ ਮੈਂ ਖਤਮ ਕਰ ਦੂੰਗੀ। ਇਹ ਹੋ ਨਾ, ਇਹ ਬੇਸ਼ਰਮ ਗੁੰਡੀ ਤੇ ਬੇਧਰਮੀ। ਅੱਜ ਕੱਲ੍ਹ ਸਿਆਸਤੀ ਨਾਰੀ ਹੋ ਗਈ। ਕਿਸਾਨ ਮਜ਼ਦੂਰ ਮਜਬੂਰ ਨੂੰ ਮਾਰਨ ਦੀ ਤਿਆਰੀ ਹੋ ਗਈ। ਚੋਰ ਲਟੇਰੇ ਧਰਮ ਦੇ ਆਗੂ, ਧਾਰਮਿਕਤਾ ਵੀ ਬਲਾਤਕਾਰੀ ਹੋ ਗਈ। ਸੱਚ ਬੋਲ ਬਲ ਖਾ ਲਿਆ ਗਾਲਾਂ, ਝੂਠ ਦੀ ਚਾਰ ਦੀਵਾਰੀ ਹੋ ਗਈ। ਕਿਉਂਕਿ ਚਾਰੇ ਪਾਸੇ ਝੂਠ ਨੇ ਰਵਲਿਆ ਆ। ਸਿਆਸਤ ਜਦੋਂ ਦੀ ਹੋਈ ਵਿਕਾਊ। ਹੋਇਆ ਕੀ ਹੈ ਕਿ ਅਸੀਂ ਕਹਿੰਦੇ ਵੀ ਕੈਨੇਡਾ ਦੇ ਲੀਡਰ ਆ ਬੜਾ ਬਹੁਤ ਮਾਰਕਾ ਮਾਰ ਦਿੰਦੇ ਆ। ਜੇ ਮਾਰਕਾ ਮਾਰਨ ਜੋਗੇ ਹੁੰਦੇ, ਆ ਜਦੋਂ 5-7 ਕੇਸ ਆਏ ਉਦੋਂ ਬਾਅਦ ਜਿਹੜਾ ਵੀ ਉਧਰੋਂ ਵਿਆਹ ਕੇਸ ਲੱਗੇ ਉਹਦੀ ਪ੍ਰੋਪਰ ਇਨਕੁਆਇਰੀ ਹੋਵੇ, ਤੇ ਜਾਂ ਇੱਕ ਰੂਲ ਬਣਾ ਦੇਣ ਵੀ ਭਾਈ ਜਿਹੜਾ ਵਿਆਹ ਵਾਲਾ ਕੇਸ ਲੱਗਦਾ ਉਹਦਾ ਸਪੋਜ਼ ਨਾਲ ਆਵੇ। 3 ਮਹੀਨੇ ਬਾਅਦ ਜੋ ਸੱਦਣਾ, 2 ਮਹੀਨੇ ਬਾਅਦ ਜੋ ਸੱਦਣਾ, 6 ਮਹੀਨੇ ਬਾਅਦ। ਤੁਸੀਂ ਦੇਖੋ ਜਿਹੜੀਆਂ ਲੜਕੀਆਂ ਤੇ ਦੋਸ਼ ਲਾਏ ਜਾਂਦੇ ਆ, ਹਾਂਜੀ, ਸਵਾਲ ਤਾਂ ਪੈਦਾ ਹੁੰਦਾ ਵੀ ਜਦੋਂ ਉਹ ਸਟੂਡੈਂਟ ਵੀਜ਼ੇ ਤੇ ਆਈਆਂ ਜੀ, ਉਹ ਬੈਂਡ ਦੀ ਗੱਲ ਤਾਂ ਨਹੀਂ ਚੱਲਦੀ ਨਾ ਵੀ ਸਟੂਡੈਂਟ ਵੀਜ਼ੇ ਤੇ ਆਉਣਾ ਸੌਖਾ ਤਰੀਕਾ ਵੀ ਸਟੂਡੈਂਟ ਵੀਜ਼ੇ ਤੇ ਆ ਜਾਓ, ਪੈਸੇ ਲੱਗਦੇ ਤਾਂ। ਹੁਣ ਸਟੂਡੈਂਟ ਵੀਜ਼ੇ ਤੇ ਆਈਆਂ ਤੇ ਕੀ ਉਹਨਾਂ ਨੇ ਆਪਦਾ ਸਟੇਟਸ ਕੀ ਲਿਖਿਆ ਉਹਨਾਂ ਨੇ ਮੈਰਿਡ। ਹਾਂ, ਉਦੋਂ ਸ਼ਾਇਦ ਇਹ ਗੱਲ ਕਿਸੇ ਨੇ ਧਿਆਨ ਨਹੀਂ ਕੀਤਾ ਹੋਊਗਾ ਕਿ ਮੈਰਿਡ ਹੋਣਾ ਚਾਹੀਦਾ ਜਾਂ ਅਨਮੈਰਿਡ ਹੋਣਾ ਚਾਹੀਦਾ। ਜੇ ਅਨਮੈਰਿਡ ਸੀ, ਉਹਦਾ ਸਟੇਟਸ ਅਨਮੈਰਿਡ ਸੀ ਉਸ ਵੇਲੇ ਜਦੋਂ ਇੱਥੇ ਸਟੂਡੈਂਟ ਆਈ ਹੈ ਕੈਨੇਡਾ ਦੇ ਵਿੱਚ, ਤੇ ਹੁਣ ਮੈਰਿਡ ਕਿੱਦਾਂ ਹੋ ਗਿਆ? ਵਾਹ, ਕਿਉਂਕਿ ਜਦ ਕਿ ਉਹ ਇੱਥੇ ਆ ਤੇ ਉਹ ਮੈਰਿਡ ਹੋਣ ਦਾ ਸਵਾਲ ਨਹੀਂ ਪੈਦਾ ਹੋ ਜਾਂਦਾ। ਬਾਕੀ ਤੇ ਉਹੀ ਆ ਨਾ ਜੀ, ਲੇਖਕ, ਮੀਡੀਆ, ਲੀਡਰ, ਅਫਸਰ, ਇਹ ਸਾਰੇ ਹੁਣ ਇਸ ਤਰ੍ਹਾਂ ਦੇ ਕਿ ਰੰਡੀ ਕੋਈ ਬਾਜ਼ਾਰੀ ਹੋ ਗਈ, ਤੁਸੀਂ ਪੈਸੇ ਦਿਓ ਤੇ ਖਰੀਦ ਲਓ। ਤੁਸੀਂ ਵੈਸੇ ਇੱਕ ਗੱਲ ਕੀਤੀ ਸੀ ਪਹਿਲਾਂ ਹੀ, ਇਹ ਕਵਿਤਾ ਦੇ ਬੰਦ ਸੁਣਾਉਣ ਤੋਂ ਪਹਿਲਾਂ, ਹਾਂਜੀ, ਕਿ 30-35 ਲੱਖ ਰੁਪਈਆ ਲਾਉਣ ਦੀ ਗੱਲ ਚੱਲਦੀ ਪਈ ਆ। ਪੇਰੈਂਟਸ ਕਹਿੰਦੇ ਕਿ ਅਸੀਂ ਲਾਇਆ ਜੀ, ਲਾਉਂਦੇ ਵੀ ਆ ਜੀ ਖਰਚਾ। ਸਵਾਲ ਤਾਂ ਪੈਦਾ ਹੁੰਦਾ ਕਿ ਜੇ ਅਸੀਂ ਇਹ ਪੇਰੈਂਟਸ ਇਹ ਮਹਿਸੂਸ ਕਰਦੇ ਆ ਕਿ ਸਾਡੇ ਬੱਚੇ ਇੱਥੇ ਸੇਫ ਨਹੀਂ ਹੈ, ਤਾਂ ਕਰਕੇ ਅਸੀਂ ਜਿਹੜਾ ਆਪਦੀ ਜਾਇਦਾਦ ਵੇਚ ਵੱਟ ਕੇ ਆਪਦੇ ਧੀ ਪੁੱਤ ਤੇ ਲਾਤੀ ਹੈਗੀ ਤਾਂ ਕਿ ਇੱਥੋਂ ਨਿਕਲ ਜਾਵੇ ਤੇ ਕੈਨੇਡਾ ਬੜਾ ਸੇਫ ਉੱਥੇ ਚੱਲ ਜਾਵੇ। ਸਵਾਲ ਤਾਂ ਪੈਦਾ ਹੁੰਦਾ ਕਿ ਜਿੱਥੇ ਅਸੀਂ ਸਾਰੀ ਉਮਰ ਪੀੜ੍ਹੀ ਦਰ ਪੀੜ੍ਹੀ ਰਹਿੰਦੇ ਰਹੇ ਹਾਂ, ਜੇ ਉੱਥੇ ਕੋਈ ਨੁਕਸ ਪਿਆ ਹੈਗਾ, ਉਹਦੇ ਵਿੱਚ ਕੋਈ ਸਿਸਟਮ 'ਚ ਗਲਤੀ ਹੋਈ ਹੈ, ਉਹਨੂੰ ਸੁਧਾਰੂ ਕੌਣ ਹੈ? ਜੇ ਸਾਰੇ ਇੱਦਾਂ ਹੀ ਮਤਲਬ 30-35 ਲੱਖ ਬਾਹਰ ਖਰਚ ਕੇ ਬਾਹਰ ਆਉਣ ਵਾਲੇ, ਤੇ ਉਸ ਸਿਸਟਮ ਨੂੰ ਕਿਹਨੇ ਸੁਧਾਰਨਾ? ਕਾਰਨ ਪਤਾ ਕੀ ਹੈ ਜੀ, ਉਹ ਕਹਿੰਦੇ ਕਿ ਕਿਸੇ ਚੀਜ਼ 'ਚ ਨੁਕਸ ਪਿਆ ਹੋਵੇ ਤਾਂ ਠੀਕ ਹੋ ਜਾਂਦਾ। ਜਦੋਂ ਤੁਹਾਡੇ ਦਿਮਾਗ 'ਚ ਨੁਕਸ ਪੈਂਦਾ ਨਾ, ਉਹਨੂੰ ਡਾਕਟਰ ਹੀ ਸੁਧਾਰ ਸਕਦਾ, ਜਾਂ ਨਹੀਂ ਤੇ ਰੱਬ ਹੀ ਸੁਧਾਰ ਸਕਦਾ, ਹੁੰਦਾ ਨਹੀਂ ਠੀਕ।
ਤੇ ਜਿਹੜਾ ਦਿਲ 'ਚ ਨੁਕਸ ਪੈ ਜਾਏ ਨਾ, ਬੰਦੇ ਦੇ ਦਿਲ 'ਚ ਮੈਲ ਆ ਜੇ, ਹਾਂਜੀ ਉਹ ਰੱਬ ਹੀ ਕੱਢ ਸਕਦਾ, ਉਹ ਡਾਕਟਰ ਵੀ ਨਹੀਂ ਕੱਢ ਸਕਦਾ। ਉਹ ਡਾਕਟਰ ਨਹੀਂ ਕਰ ਸਾਡੇ ਅਸਲ 'ਚ ਚਲੋ ਹੁਣ ਲੋਕਾਂ ਨੇ ਇਹ ਕਹਿਣਾ ਜੇ ਬਾਹਰ ਬੈਠਾ ਕੈਨੇਡਾ 'ਚ ਤੇ ਗੱਲਾਂ ਕਰੀ ਜਾਂਦਾ, ਇਹਨੂੰ ਗੱਲਾਂ ਹੋਣੀਆਂ ਹੀ ਆ। ਸਾਡੇ ਅਸਲ ਦਿਲਾਂ 'ਚ ਮੈਲ ਹੁੰਦੀ ਹੈ। ਸਾਡੇ ਤੇ ਕਈ ਵਾਰੀ ਇਲਜ਼ਾਮ ਲੱਗਦਾ ਜੀ ਤੁਸੀਂ ਆਪ ਬਾਹਰ ਬੈਠੇ ਆ ਹਾਂਜੀ ਤੇ ਗੱਲਾਂ ਸਾਨੂੰ ਜਿਹੜੀਆਂ ਸਿੱਖਿਆ ਸਾਨੂੰ ਦਿੰਦੇ ਪਏ ਹੈਗੇ, ਕਈ ਵਾਰੀ ਇਦਾਂ ਦੀ ਗੱਲ ਲੱਗਦੀ। ਅਸੀਂ ਇਹਨੂੰ ਗੱਲਾਂ ਕਰਦੇ ਨਹੀਂ, ਇਹ ਸਮਾਜ ਦੇ ਵਿੱਚ ਜੋ ਵਰਤਾਰਾ ਹੋ ਰਿਹਾ, ਜੋ ਗੱਲਾਂ ਵਾਪਰ ਰਹੀਆਂ ਹੈਗੀਆਂ, ਜਿਨ੍ਹਾਂ ਬਾਰੇ ਉੱਥੇ ਬੈਠਿਆਂ ਨੂੰ ਚਿੰਤਾ ਤੇ ਸਾਨੂੰ ਇੱਥੇ ਬੈਠਿਆਂ ਨੂੰ ਵੀ ਚਿੰਤਾ ਹੈਗੀ। ਬਿਲਕੁਲ ਸਾਡੇ ਪੁੱਤ ਭਤੀਜੇ ਆ, ਸਾਡੇ ਗਾਂ ਬੱਚੇ ਹੈਗੇ ਜਿਨ੍ਹਾਂ ਦੇ ਬਾਰੇ ਇਦਾਂ ਦੀ ਜੇ ਘਟਨਾਵਾਂ ਹੋਣਗੀਆਂ ਸਾਡੇ ਪਰਿਵਾਰਾਂ ਦੇ ਵਿੱਚ, ਤੇ ਫਿਰ ਵੀ ਤੇ ਅਸੀਂ ਇੱਕ ਦੂਜੇ ਨਾਲ ਪ੍ਰੋਬਲਮ ਨੂੰ ਸ਼ੇਅਰ ਕਰਨਾ ਹੀ ਹੈ ਨਾ ਜੀ। ਇਸ ਟਾਈਮ ਕੈਨੇਡਾ ਦੇ ਮੀਡੀਆ 'ਚ ਸਭ ਤੋਂ ਪਪੂਲਰ ਟੌਪਿਕ ਕੀ ਹੈ ਕਿ ਇੰਡੀਆ ਦੀਆਂ ਕੁੜੀਆਂ ਨੇ ਆਹ ਕੀਤਾ ਜੀ, ਇੰਡੀਆ ਦੀਆਂ ਕੁੜੀਆਂ ਨੇ ਇੰਨੇ ਪੈਸੇ ਲੈ ਗਿਆ। ਤੁਸੀਂ ਕੀ ਸੋਚਦੇ ਜੀ ਕਿ ਦੂਜੀਆਂ ਕਮਿਊਨਿਟੀਆਂ ਨੂੰ ਪਤਾ ਨਹੀਂ ਲੱਗਦਾ? ਪਤਾ ਲੱਗਦਾ ਜੀ, ਬਿਲਕੁਲ ਸਾਰਾ ਕੁਝ ਪਤਾ ਲੱਗਦਾ। ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਪਤਾ ਨਹੀਂ ਲੱਗਾ ਬਿਲਕੁਲ। ਕਿੰਨੀ ਕੁ ਆਪਾਂ ਇੱਜ਼ਤ ਖੱਟ ਲਈ ਆ, ਕਿੰਨੀ ਕੁ ਭੱਲ ਖੱਟ ਲਈ। ਜੇ ਹੁਣ ਮੈਂ ਕਹਾਂ ਜੀ ਨਹੀਂ ਜੀ ਇਹ ਤੇ ਫੇਕ ਆ ਜੀ, ਜੇ ਆ ਉਹ ਕਹੀ ਜਾਓ, ਉਹ ਕੁੱਕੜ ਖੇ ਉਡਾਈ ਤੇ ਆਪਣੇ ਸਿਰ 'ਚ ਪਾਈ। ਇਹਨਾਂ ਦਾ ਤੇ ਉਹ ਹਿਸਾਬ ਹੋਇਆ ਨਾ, ਕਿਸੇ ਨੇ ਕਿਹਾ ਭਾਈ ਚੰਦ ਤੇ ਥੁੱਕਣਾ, ਉਹ ਕਹਿੰਦਾ ਯਾਰ ਛੱਡ ਪਰ ਆਪਣੇ ਮੂੰਹ ਤੇ ਵਾਸ ਪੜਾ, ਕਿਉਂਕਿ ਚੰਦ ਬਹੁਤ ਉੱਚਾ ਹੁੰਦਾ। ਹੁਣ ਕਾਰਨ ਇਹ ਆ ਕਿ ਲੋਕਾਂ ਨੂੰ ਨਹੀਂ ਚਾਹੀਦਾ ਕਿ ਕਿਸੇ ਦੇ ਕਰੈਕਟਰ ਤੇ ਕਿਸੇ ਦੇ ਕੁਛ ਤੇ ਕਿੰਤੂ ਪਰੰਤੂ ਕਰੇ, ਆਪਣਾ ਆਪ ਸੁਧਾਰ ਲਓ ਭਾਈ, ਜੋ ਹੋ ਗਿਆ ਸੋ ਹੋ ਗਿਆ। ਜੇ ਇੱਕ ਬੱਚੇ ਦੀ ਡੈਥ ਹੋ ਗਈ ਆ, ਇੱਕ ਬੱਚੇ ਨੇ ਘਾਟਾ ਖਾ ਲਿਆ ਤੇ ਬਾਕੀ ਸੁਧਰ ਜਾਓ, ਬਾਕੀ ਦੇ ਵੇਖੋ। ਫਿਰ ਵੇਖੋ ਜੇ ਉਦੋਂ ਕਹਿੰਦੇ ਸੀ ਕਿ ਕੁੜੀਆਂ ਦੇ, ਮੈਂ ਇੱਕ ਦਿਨ ਪ੍ਰੋਗਰਾਮ ਦੇਖ ਰਿਹਾ ਸੀਗਾ, ਸ਼ਾਇਦ ਨੀਰੂ ਬਾਜਵਾ ਦਾ ਸੀਗਾ, ਉਹਦੇ 'ਚ ਉਹਨੇ ਦੱਸਿਆ ਕਿ ਤਕਰੀਬਨ 7-8 ਹਜ਼ਾਰ ਦੇ ਕੇਸ ਨੇ ਤੇ 13,000 ਪੰਜਾਬ ਦੇ ਪਿੰਡ ਨੇ। ਹਰ ਪਿੰਡ 'ਚ ਉਹਦੇ 'ਚ ਇਹ ਸੀ ਕਿ ਮਾਝੇ 'ਚੋਂ ਸਿਰਫ 1 ਤੋਂ 2% ਕੇਸ ਸੀ, ਦੁਆਬੇ 'ਚੋਂ ਮੇਰੇ ਖਿਆਲ 35-36% ਤੇ ਮਾਲਵੇ 'ਚੋਂ ਉਹਦੇ ਵਿੱਚ ਵੀ ਕੇਸ ਜਿਹੜੇ 50% ਤੋਂ ਉੱਪਰ ਸੀਗੇ। ਫਿਰ ਤੁਸੀਂ ਇਹ ਸੋਚੋ ਇਹ ਆਪਾਂ ਕੀ ਸੁਧਾਰਿਆ। ਤੁਸੀਂ ਕਿ ਉਹਦੀ ਗੱਲ ਕੀਤੀ ਆ ਰਾਮੂ ਵਾਲੀ ਦੀ, ਰਾਮੂ ਵਾਲੀ ਉਹ ਮੇਰੇ ਖਿਆਲ 95-96 ਦੀ ਗੱਲ ਹੈ। ਹਾਂਜੀ ਹਾਂਜੀ 95-96 ਤੋਂ ਲੈ ਕੇ 24 ਸਾਲਾਂ ਦੇ ਵਿੱਚ ਆਪਾਂ ਤਾਂ ਫਿਰ ਕੁਛ ਨਾ ਸੁਧਾਰਿਆ, ਕੁਛ ਨਹੀਂ ਕੀਤਾ, ਸਗੋਂ ਵਿਗਾੜ ਜ਼ਿਆਦਾ ਵਧਿਆ। ਜੇ ਦੋ ਬੈਠੀਆਂ ਹੀ ਕਰਦੇ ਉਹ ਦੂਜਿਆਂ ਨੂੰ ਦੱਸਦੀਆਂ, ਰੌਲਾ ਪਾਉਂਦੀਆਂ। ਚਲੋ ਹੁਣ ਮੀਡੀਆ ਆਇਆ, ਰੌਲਾ ਪਿਆ, ਹੁਣ ਕਿਹੜੇ ਹਟ ਗਏ ਜੀ। ਅੱਜ ਵਿਦੇਸ਼ੋਂ ਮੁੰਡਾ ਜਾਵੇ, ਮੈਂ ਤਾਂ ਇਹਨਾਂ ਦੇ ਲੋਕੀ ਪੈਸੇ ਲੈ ਕੇ ਤੁਰੇ ਫਿਰਦੇ ਨੇ ਅੱਗੇ। ਬਿਲਕੁਲ ਬਿਲਕੁਲ ਲਾਈਨਾਂ ਲੱਗੀਆਂ ਜੀ। ਜਦ ਕਿ ਉਹਨੂੰ ਇਹ ਨਹੀਂ ਪਤਾ ਵੀ ਇਹ ਚਵਲ ਉੱਧਰ ਕਿਸੇ ਟਿਮ ਤੇ ਲੱਗਾ ਆ ਜਾਂ ਕਿਸੇ ਉੱਤੇ ਪੀਜੇ ਤੇ ਲੱਗਾ ਜਾਂ ਕਿਤੇ ਲੱਗਾ ਜਾਂ ਕਿਤੇ ਲੱਗਾ, ਵੀ ਇਹਨੇ ਤੇ ਮਹਾ ਇਹਦਾ ਆਪਣਾ ਹੀ ਘਰ ਪਾਲਣਾ ਆ। ਕਿਉਂਕਿ ਇੱਥੇ ਵੇਖੋ ਕਾਰ ਪੈਸੇ ਖਾਂਦੀ ਆ, ਘਰ 3 ਚੀਜ਼ਾਂ ਤਾਂ ਪੱਕੀਆਂ ਨਾ। ਅਗਲਾ ਕਹਿੰਦਾ ਜੀ ਭਾਈ ਪ੍ਰੋਪਰਟੀ ਟੈਕਸ ਦੇਏਗਾ ਹੀ ਦੇਏਗਾ, ਘਰ ਦੀ ਇੰਸ਼ੋਰੈਂਸ ਦੇਏਗਾ ਹੀ ਦੇਏਗਾ, ਕਿਸ਼ਤਾਂ ਦੇਏਗਾ ਹੀ ਦੇਏਗਾ। ਫਿਰ ਵੇਖੋ ਜੀ ਤੇ ਘਰ ਪੇਡ ਵੀ ਹੋ ਜੇ, ਪ੍ਰੋਪਰਟੀ ਟੈਕਸ ਪੇਡ ਹੁੰਦੇ ਹੀ ਨਹੀਂ ਜੀ। ਨਹੀਂ ਮੈਂ ਕਹਿੰਦਾ ਪੇਡ ਵੀ ਕਰ ਲਿਓ, ਪੰਜੀ ਸਾਲੀ ਰੀਫਾਈਨੈਂਸ ਕਰਾ ਲੈਣਾ ਅਸੀਂ, ਜਿੰਨੇ ਪੈਸੇ ਦਿੱਤੇ ਬੈਂਕ ਨੂੰ ਉਹਨੇ ਫੇਰ ਲੈ ਲੈਣੇ। ਆਪਾਂ ਇੱਕ ਆਧਾਰ ਲੈ ਲੈਨੇ ਵੀ 22 ਸਾਲ ਦਾ ਬੱਚਾ ਇੱਥੇ ਆਇਆ, 25 ਸਾਲ ਦੀ ਉਹਨੇ ਕਿਸ਼ਤਾਂ ਦੇ ਘਰ ਲੈ ਲਿਆ, 47 ਸਾਲ ਦਾ ਉਹਨੇ ਘਰ ਪੇਡ ਕੀਤਾ। ਜੇ ਕਿਸ਼ਤਾਂ ਦੇਈ ਜਾਵੇ ਤਾਂ ਆਪਾਂ ਮੰਨ ਲੈਨੇ ਜੀ, ਆਪਾਂ ਬਹਾਦਰ ਹੀ ਗਿਣਦੇ ਆਪਣੇ ਪੰਜਾਬੀਆਂ ਨੂੰ, ਮੰਨ ਲੈਨੇ ਕਰ ਲਿਆ 47 ਸਾਲ ਦਾ ਉਹਨੇ ਪੇਡ ਕਰ ਲਿਆ। ਉਹ ਭਾਈ ਜਦੋਂ ਉਹਨੇ 47 ਦਾ ਉਹਨੇ ਬੱਚੇ ਯੂਨੀਵਰਸਿਟੀ ਜਾ ਵੜਨੇ ਆ, ਇਹ ਫਾਂਸੀ ਚਾਹੇ ਇੰਡੀਆ ਜੇ ਚਾਹੇ ਤੁਸੀਂ ਇੱਥੇ ਜੇ, ਇੱਥੇ ਹੀ ਆ। ਜੇ ਬੱਚਿਆਂ ਨੂੰ ਗਾਂ ਪੜਾਉਣਾ ਉਹਨੇ, ਜੇ ਕੁਝ ਕਰਾਉਣਾ ਕਿ ਜਾਂ ਬੱਚਿਆਂ ਨੂੰ ਵੀ ਫਿਰ ਜੇ ਗਾਂ ਕਿਤੇ ਉਸੇ ਆਰੇ ਲਾ ਦੇਣਾ ਵੀ ਚੱਲ ਵੀ ਭਾਈ ਮੈਂ ਐਸਪੀਐਨ ਚੋਂ ਨਿਕਲਿਆ, ਤੁਸੀਂ ਵੀ ਐਸਪੀਐਨ ਚੋਂ ਤੁਰੇ ਹੋ। ਗੱਲ ਨੈਟ ਥਿਊਰੀ ਇਹ ਹੈ ਵੀ ਆਪਾਂ ਐਵੇਂ ਕਹੀ ਜਾਂਦੇ ਜੀ ਮਾੜਾ ਮਾੜਾ ਮਾੜਾ, ਚਲੋ ਅਸੀਂ ਉੱਥੋਂ ਆ ਗਏ, ਪਰ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਕਹਿੰਦੇ ਵੀ ਕੈਨੇਡਾ ਮਾੜਾ ਹੈ। ਕੈਨੇਡਾ ਵੀ ਚੰਗਾ, ਲੇਕਿਨ ਪੰਜਾਬ ਵੀ ਨਹੀਂ ਜੇ ਮਾੜਾ, ਉਹ ਵੀ ਨਹੀਂ ਮਾੜਾ। ਤੁਸੀਂ ਚਵਲਾਂ ਦੀ ਗੱਲ ਕਰਦੇ ਸੀ, ਜਿਵੇਂ ਉਹ ਚਵਲ ਜਿਹੜਾ ਕੁਝ ਨਹੀਂ ਕਰਦਾ। ਚਵਲ ਇਹ ਹੁੰਦੇ ਵੀ ਚਵਲ ਹੁੰਦੇ ਕੋਈ ਐਂ ਕਹਿੰਦੇ ਫਲਾਣੇ ਬੰਦਾ ਉਹ ਨਹੀਂ ਉਹਦਾ ਚਵਲ ਹੈ, ਉਹ ਕਹਿੰਦੇ ਨਹੀਂ ਯਾਰ ਉਹ ਥੋੜਾ ਕੱਲਾ ਚਵਲ ਹੈ। ਇਹ ਕਹਿੰਦੇ ਉਹ ਫਲਾਣਾ ਲੀਡਰ ਬੜਾ ਚਵਲ ਹੈ, ਨਹੀਂ ਉਹ ਕੱਲਾ ਜੇ ਕਿਹਨੂੰ ਚੁਣ ਲੋਗੇ। ਚਵਲ ਹੁੰਦਾ ਕੀ? ਚਵਲ ਹੁੰਦਾ ਕਿ ਜਿਹੜਾ ਬੰਦਾ ਕਿਸੇ ਦੇ ਬਲਕਿ ਐਨੂੰ ਕਹੇ ਤੇ ਐਨੂੰ ਨਿਕਲ ਜੇ, ਐਨੂੰ ਕਹੇ ਐਨੂੰ ਨਿਕਲ ਜੇ, ਤੇ ਲੁੱਟ ਕੇ ਲੁੱਟੇ ਸਾਰਿਆਂ ਨੂੰ ਜਾਵੇ, ਪਤਾ ਨਾ ਲੱਗਣਾ ਦਵੇ। ਹਾਂ ਸ਼ਰਾਰਤੀ ਹੋਵੇ। ਦੂਜਾ ਚਵਲ ਉਹ ਹੁੰਦਾ ਜੀ ਜਿਹੜਾ ਐਵੇਂ ਚਵਲਾ ਹੀ ਮਾਰਦਾ ਰਹਿੰਦਾ ਮੇਰੇ ਵਰਗਾ। ਨਹੀਂ ਤੁਸੀਂ ਚਵਲਾ ਨਹੀਂ ਮਾਰਦੇ, ਤੁਸੀਂ ਸਿਆਣੀਆਂ ਗੱਲਾਂ ਕਰਦੇ। ਉਹ ਕੋਈ ਬੰਦਾ ਸੀ ਨਾ, ਕੋਈ ਲੀਡਰ, ਤੇ ਉਹਨੂੰ ਮੇਰੇ ਵਰਗਾ ਸ਼ੈਤਾਨ ਬੰਦਾ ਟੱਕਰ ਗਿਆ, 82 ਜਣ ਨੂੰ ਟੱਕਰ ਗਿਆ। ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਮੀਰਜ਼ਾਦੇ ਗੁਰਸਾਰਾ ਗੱਲ। ਉਹ ਉਹਨੂੰ ਕਹਿੰਦਾ ਵੀ ਮੀਰਜ਼ਾਦਾ ਨੂੰ ਪੁੱਛਦਾ ਲੀਡਰ ਵੀ ਮੀਰਜ਼ਾਦਾ ਗੱਲ ਏਦਾਂ ਵੀ ਤੈਨੂੰ ਗੱਲ ਬੜੀ ਫੁਰਦੀ ਬਹੁਤ ਗੱਲ। ਉਹ ਕਹਿੰਦਾ ਜੀ ਮੈਂ ਜਨਾਬ ਲੋਕਾਂ ਦੇ ਪੈਸੇ ਨਹੀਂ ਨਾ ਖਾਂਦਾ। ਅੱਛਾ ਤਾਂ ਬੁਰਦੀ ਆ। ਉਹ ਕਹਿੰਦਾ ਇਹਦਾ ਮਤਲਬ ਵੀ ਮੈਂ ਲੋਕਾਂ ਨੂੰ ਨਹੀਂ ਕਹਿੰਦਾ, ਜਨਾਬ ਮੈਂ ਤੁਹਾਨੂੰ ਥੋੜਾ ਕਿਹਾ, ਇਹ ਤੇ ਤੁਸੀਂ ਆਪ ਹੀ ਸਮਝ ਗਏ ਜੇ, ਮੈਂ ਨਹੀਂ ਤੁਹਾਨੂੰ ਕਿਹਾ ਕਿ ਲੋਕਾਂ ਦੇ। ਮੈਂ ਤਾਂ ਉਦਾਹਰਨ ਦਿੱਤੀ, ਮਿਸਾਲ ਦਿੱਤੀ। ਤੇ ਉਹ ਫਿਰ ਉਹੋ ਜਿਹੇ ਬੰਦੇ ਨੇ ਲਿਖਿਆ ਸੀ ਤੇ ਮੇਰੇ ਦਿਮਾਗ ਦੀ ਉਪਜ ਹੈ ਜੀ ਕਿ ਮੈਂ ਚਵਲ, ਸਭ ਤੋਂ ਪਹਿਲਾਂ ਬੰਦਾ ਆਪਣੇ ਆਪ ਨੂੰ ਚਵਲ ਗਿਣੇ, ਫਿਰ
ਮੈਂ ਚਵਲ ਤੇ ਟੱਬਰ ਚਵਲਾਂ ਦਾ ਤੇ ਮੈਂ ਚਵਲਾਂ ਵੱਲ ਵਿਆਹਿਆ। ਕਿਉਂਕਿ ਕਿਆ ਬਾਤ। ਸੰਦ ਨੂੰ ਸੰਦ ਟੱਕਰਦਾ ਜਦੋਂ ਠੀਕ ਹੈ। ਸਿਆਣੇ ਆਂਦੇ ਨਾ ਲੰਡੇ ਨੂੰ ਖੁੰਡਾ ਜਿਹੜਾ ਵਾਲ ਭੰਨ ਕੇ ਮਿਲਦਾ। ਹਾਂ। ਉਹ ਕਿਤੇ ਘੱਟ ਹੀ ਹੁੰਦੀਆਂ ਜਿਹੜੀਆਂ ਜੋੜੀਆਂ ਆਪੋਜੀਟ ਬਣ ਜਾਂਦੀਆਂ, ਨਹੀਂ ਤਾਂ ਤਕਰੀਬਨ ਜੋੜੀਆਂ ਸੇਮ ਹੀ ਹੁੰਦੀਆਂ। ਮੈਂ ਚਵਲ ਤੇ ਟੱਬਰ ਚਵਲਾਂ ਦਾ ਤੇ ਮੈਂ ਚਵਲਾਂ ਵੱਲ ਵਿਆਹਿਆ। ਮਾਮੇ ਫੁੱਫੜ ਮਾਸੜ ਵੀ ਚਵਲ। ਵੇਖੋ ਹੁਣ ਖਾਨਦਾਨ ਸਾਰਾ ਜੁੜ ਲੱਗਾ ਜੀ ਪੂਰਾ ਕੋਣ ਭਾਈ ਚਵਲ। ਹਾਂਜੀ, ਮਾਮੇ ਫੁੱਫੜ ਮਾਸੜ ਵੀ ਚਵਲ ਤੇ ਚਵਲ ਹਰ ਚਾਚਾ ਤਾਇਆ। ਚਵਲ ਪੰਚਾਇਤ ਚਵਲ ਲੀਡਰ ਤੇ ਚਵਲ ਮੁੱਖ ਮੰਤਰੀ ਬਣਾਇਆ। ਕੈਪਟਨ ਸਾਹਿਬ ਗੁੱਸਾ ਨਾ ਕਰਿਓ ਤੇ ਵੈਸੇ ਕਪਤਾ ਆ। ਚਵਲ ਮੁੱਖ ਮੰਤਰੀ ਬਣਾਇਆ। ਤੁਸੀਂ ਕੈਪਟਨ ਸਾਹਿਬ ਨੂੰ ਕਹਿਤਾ ਨਹੀਂ, ਮੈਂ ਕਿਹਾ ਗੁੱਸਾ ਨਾ ਕਰਿਓ ਕਪਤਾ, ਕਿਉਂਕਿ ਬਾਦਲ ਸਾਹਿਬ ਵੀ ਬਣੇ ਤੇ ਸਾਰੇ ਬਣੇ, ਸਾਰੇ ਥੋੜਾ ਚਵਲ ਪਰ ਸਾਰੇ ਚਵਲ ਹੋਣ ਕਿਵੇਂ ਦਾ ਮਤਲਬ ਇਹ ਤੁਹਾਡੇ ਉਹਨਾਂ ਦੀ ਸੋਚ ਹੈ ਨਾ। ਤੁਸੀਂ ਮੀਰਜ਼ਾਦਾ ਦੀ ਲੈਂਗੁਏਜ ਬਦਲ। ਹਾਂਜੀ ਹਾਂ, ਗੁੱਸਾ ਨਹੀਂ ਕਰਨਾ ਜੀਣ ਜੋ ਗਿਆ, ਬਸ ਐਵੇਂ ਚੱਲਦੀਆਂ ਰਹਿੰਦੀਆਂ ਗੱਲਾਂ ਤੇ ਬਸ ਤੁਸੀਂ ਠੀਕ ਰਹੋ ਬਸ। ਠੀਕ। ਚਵਲ ਪੰਚਾਇਤ ਚਵਲ ਲੀਡਰ ਤੇ ਚਵਲ ਮੁੱਖ ਮੰਤਰੀ ਬਣਾਇਆ। ਉੱਥੇ ਚਵਲਾਂ ਤੋਂ ਡਰ ਕਿਉਂ ਲੱਗਦਾ ਜਿੱਥੇ ਸਭ ਚਵਲਾਂ ਦੀ ਮਾਇਆ ਤੇ ਕਿਰਪਾ ਸਤਿਗੁਰ ਦੀ, ਜਿਹਨੇ ਫਿਰ ਵੀ ਪੰਜਾਬ ਬਚਾਇਆ। ਕੀ ਬਾਤ। ਮਤਲਬ ਇਹ ਇੰਨਾ ਮਾਹੌਲ ਜਿਹੜਾ ਤੁਸੀਂ ਪ੍ਰਕਾਂਤ ਕੀਤਾ, ਪੂਰਾ ਦ੍ਰਿਸ਼ ਬਣਾਤਾ, ਸਾਹਮਣੇ ਲਿਆਤਾ, ਇਹਦੇ ਬਾਵਜੂਦ ਪੰਜਾਬ ਬਚਿਆ ਹੈ ਤੇ ਫਿਰ ਵਾਕਈ ਕਿਰਪਾ ਵਾਲੀ ਗੱਲ ਹੀ ਹੈ। ਕਿਰਪਾ ਸਤਿਗੁਰ ਦੀ ਜੀ। ਪੰਜਾਬ ਦੀ ਗੱਲ ਆਪਾਂ ਕਰਦੇ ਹਾਂ ਜੀ, ਇਹ ਰਾਜਨੀਤੀ ਨਾਲ ਜੋੜ ਕੇ ਗੱਲ ਹੈਗੀ। ਪਿਛਲੇ ਦਿਨਾਂ ਦੇ ਵਿੱਚ ਵੱਖਰੀਆਂ ਪਾਰਟੀਆਂ ਯਕਦਮ ਜਿਹੜੀਆਂ ਉਹ ਮੈਦਾਨ 'ਚ ਆ ਗਈਆਂ। ਅਕਾਲੀ ਵੀ ਆ ਗਏ, ਉਹਨਾਂ ਨੇ ਬਹੁਜਨ ਸਮਾਜ ਪਾਰਟੀ ਨੇ ਸਮਝੌਤਾ ਕਰ ਲਿਆ। ਬੀਜੇਪੀ ਵਾਲੇ ਕਹਿੰਦੇ ਜੀ ਅਸੀਂ ਅਲੱਗ ਕੱਲਿਆਂ ਨੇ ਇਲੈਕਸ਼ਨ ਲੜਨੀ ਆ, 117 ਦੇ 117 ਹਲਕਿਆਂ ਦੇ ਵਿੱਚ ਆਪਣੇ ਕੈਂਡੀਡੇਟ ਖੜੇ ਕਰਨਾ ਹੈ। ਉਂਝ ਵੱਖਰੀ ਗੱਲ ਆ, ਕੋਈ ਮਹੱਲੇ ਬਾਈ ਜਿਹਨਾਂ ਨੂੰ ਬੰਦੇ ਨਹੀਂ ਲੱਭਦੇ। ਜਦੋਂ ਕੌਂਸਲ ਦੀਆਂ ਚੋਣਾਂ ਸੀਗੀਆਂ, ਨਗਰ ਕੌਂਸਲ ਨਗਰ ਪੰਚਾਇਤਾਂ ਦੀਆਂ ਚੋਣਾਂ ਸੀਗੀਆਂ, ਉਦੋਂ ਬੰਦੇ ਨਹੀਂ ਲੱਭੇ। ਦੂਜੇ ਪਾਸੇ ਅਕਾਲੀ ਹੋ ਗਏ ਤੇ ਆਮ ਆਦਮੀ ਪਾਰਟੀ ਵਾਲੇ ਵੀ ਕਹਿੰਦੇ ਜੀ ਤਾਂ ਉਹਨਾਂ ਦੇ ਉਹ ਦਿੱਲੀ ਵਾਲੇ ਮੁੱਖ ਮੰਤਰੀ ਜਿਹੜੇ ਆ ਉਹ ਪੰਜਾਬ 'ਚ ਆਏ, ਚੰਗਾ ਗੇੜਾ ਦਾ ਦਿੱਤਾ ਉਹਨਾਂ ਨੇ, ਔਰ ਉਹਨਾਂ ਨੇ ਵੀ ਕੋਈ ਐਲਾਨ ਏਦਾਂ ਦੇ ਕੀਤੇ। ਕੀ ਇਹ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਜਿਹੜੀ ਆ ਉਹ ਚੰਗੀ ਰਾਜਨੀਤੀ ਦੀ ਸਮਝ ਨਹੀਂ ਹੈ, ਜਾਂ ਫਿਰ ਉਹ ਇਸ ਕਿਰਦਾਰ ਦੇ ਮਾਲਕ ਬਣ ਚੁੱਕੇ ਵੀ ਜੋ ਕੇਜਰੀਵਾਲ ਕਹਿੰਦਾ ਇਹ ਜ਼ਿਆਦਾ ਵਧੀਆ, ਜਾਂ ਉਦੋਂ ਬਾਅਦ ਜੇ ਸੁਖਬੀਰ ਬਾਦਲ ਕਹਿੰਦਾ ਤੇ ਉਹ ਜ਼ਿਆਦਾ ਵਧੀਆ? ਅਸਲ ਪਤਾ ਕੀ ਗੱਲ ਹੋ ਗਈ ਜੀ, ਪਹਿਲਾਂ ਤਾਂ ਮੈਂ ਤੁਹਾਨੂੰ ਬੀਜੇਪੀ ਵਾਲੀ ਗੱਲ ਦੱਸਣਾ, ਕਿਉਂਕਿ ਕੋਈ ਮੇਰੇ ਵਰਗੀ ਮਾਂ ਸੀ ਵਿਚਾਰੀ ਭੋਲੀ, ਤੇ ਉਹਨੂੰ ਪਿੰਡ ਦੀ ਪੰਚਾਇਤ 'ਚ ਬਿਠਾਇਆ ਤੇ ਉਹ ਲੋਕੀ ਪੁੱਛਣ ਲੱਗ ਪਏ ਵੀ ਹਾਂ ਮਾਤਾ ਦੱਸ। ਇਹ ਕਹਿੰਦੀ ਵੀ ਮੇਰੇ ਪ੍ਰਧਾਨ ਨੂੰ ਆ ਲੈਣ ਦਿਓ। ਅੱਛਾ, ਪੰਚਾਇਤ ਨੇ ਸੋਚਿਆ ਵੀ ਚਲੋ ਪ੍ਰਧਾਨ ਆਉਣਾ, ਮੰਨਦੇ ਕੋਈ ਪ੍ਰਧਾਨ ਸੱਦਿਆ, ਕੋਈ ਗੱਲਬਾਤ ਨਹੀਂ। ਉਹ ਫੇਰ ਕੋਈ ਗੱਲ ਕਰੇ ਤੇ ਕਹਿੰਦੀ ਵੀ ਪ੍ਰਧਾਨ ਨੂੰ ਆ ਲੈਣ ਦਿਓ। ਉਹ 5-7 ਮਿੰਟ ਲੰਘ ਗਏ, ਉਹ 5-7 ਮਿੰਟਾਂ ਬਾਅਦ ਉਹਨਾਂ ਨੇ ਕਿਹਾ ਵੀ ਮਾਤਾ ਤੇ ਆਂਦੀ ਆਓ ਮੇਰਾ ਪ੍ਰਧਾਨ ਆ ਗਿਆ। ਉਹ ਕਹਿੰਦੇ ਮਾਤਾ ਤੇ ਤੇਰਾ ਮੁੰਡਾ ਆ। ਅੱਛਾ। ਉਹ ਕਹਿੰਦੀ ਆਓ, ਉਹਦਾ ਨਾਂ ਹੀ ਪ੍ਰਧਾਨ ਆ। ਹੁਣ ਬੀਜੇਪੀ ਦੀ ਤੇ ਇਹ ਹਾਲਤ ਆ ਕਿ ਉਹਨਾਂ ਨੇ ਆਪਣੇ ਪ੍ਰਧਾਨ ਆ, ਜਿਹਨੂੰ ਮਰਜ਼ੀ ਬਣਾਉਣਾ, ਭਾਵੇਂ ਆਪਣੇ ਬੱਚਿਆਂ ਨੂੰ ਬਣਾਉਣਾ, ਭਾਵੇਂ ਕਿਸੇ ਨੂੰ। ਪ੍ਰਧਾਨ ਬਹੁਤੇ ਨਹੀਂ, ਪ੍ਰਧਾਨ ਆਪਣੇ ਘਰ ਦੇ, ਉਹਨਾਂ ਦੇ ਕਰਦੇ, ਉਹ ਭਾਵੇਂ ਲੀਡਰ ਲੱਭੇ ਨਾ ਲੱਭੇ। ਉਹ ਗੱਲ ਕਰ ਰਹੇ ਸੀ ਆਪਾਂ, ਸਾਡੇ 'ਚ ਨਾ ਇੱਕ ਆਦਤ ਹੋ ਗਈ ਆ ਕਿ ਇੱਕ ਬੜੀ ਪੁਰਾਣੀ ਕਹਾਵਤ ਹੈ, ਮੈਂ ਸਟੇਜ ਤੇ ਵੀ ਕਈ ਵਾਰ ਬੋਲਦਾ ਹੁੰਦਾ ਸਾਂ, कि अपनी एक आदत है कि हम हर शय से नुक्स निकालते हैं। लोग सब्जी में घी डालते हैं, हम घी में सब्जी डालते हैं। काम वही करना है। ਆਪਾਂ ਲੋਕਾਂ ਨੂੰ ਨਸੀਹਤਾਂ ਦੇਈ ਜਾਣੀਆਂ, ਕਰੀ ਜਾਣੀਆਂ। ਸਾਡੇ ਬਾਪੂ ਵੀ ਹੁਣ ਕਿਹੜਾ ਕੋਈ ਪੱਤਰਾ ਕੀਤਾ ਉਹਨੇ, ਅਸੀਂ ਕੱਲ ਲਈ ਅਖੀਰ ਫਿਰ ਉਹਨੂੰ ਗਾਲਾਂ, ਤੇ ਅਗਲੀ ਵਾਰ ਕਾਂਗਰਸ ਨੂੰ, ਫਿਰ ਅਗਲੀ ਨਹੀਂ ਤੇ ਬੇੜਾ ਗਰਕ ਕਰਤਾ, ਅਸੀਂ ਕਾਂਗਰਸ ਨੂੰ ਨਹੀਂ ਪਾਉਣੇ, ਫਿਰ ਕਰ ਲਈ। ਉਹ ਚੱਲੀ ਗਿਆ ਬੜਾ ਚਿਰ, ਬਹੁਤ ਸਿਸਟਮ ਚੱਲੀ ਗਿਆ। ਅਸਲ ਇਹ ਜਿਹੜਾ ਕੀੜਾ ਸੀ ਨਾ, ਸਾਨੂੰ ਦੂਜੇ ਤਰੀਕੇ ਨਾਲ ਕੱਢਣਾ ਚਾਹੀਦਾ ਸੀ। ਉਹਨਾਂ ਨੇ ਕੀ ਕੀਤਾ ਵੀ ਇਹਨਾਂ ਨੂੰ ਸਕੂਲ ਹੋਰ ਸਸਤੇ ਖੋਲ ਦਿਓ, ਜਾਂ ਵਧੀਆ ਸਕੂਲ ਖੋਲਦੇ, ਜਾਂ ਇਹਨਾਂ ਦੇ ਬੱਚਿਆਂ ਦੀ ਪੜ੍ਹਾਈਆਂ ਫ੍ਰੀ ਕਰ ਦਿਓ। ਉਹਨਾਂ ਨੇ ਇਹ ਕਰਨ ਦੀ ਬਜਾਏ ਉਹਨਾਂ ਕਿਹਾ ਵੀ ਕਿਸੇ ਨੂੰ 300 ਯੂਨਿਟ ਬਿਜਲੀ ਫ੍ਰੀ ਦੇ ਦਿਓ, ਇਹਨਾਂ ਨੂੰ ਰਾਸ਼ਨ ਫ੍ਰੀ ਦੇ ਦਿਓ, ਵੀ ਇਹ ਖਾ ਕੇ ਤਾਂ ਸੁੱਤੇ ਰਹਿਣ ਪੱਖਾ ਛੱਡ ਕੇ, ਇਹ ਇੰਨੇ ਜੋਗੇ ਨਾ ਰਹਿਣ ਵੀ ਅਸੀਂ ਦਿਮਾਗ ਨਾ ਲਾਉਣ ਵੀ ਪੜ੍ਹ ਲਿਖ ਕੇ ਤੇ ਯਾਰ ਹੋ ਅਸੀਂ ਤਾਂ ਫਲਾਣਾ ਬੰਦਾ ਚੁਣਨਾ ਸੀ, ਉਹ ਪੜ੍ਹਿਆ ਲਿਖਿਆ ਸੀ, ਉਹ ਇਹਦੇ ਬਾਰੇ ਕਰਦਾ। ਉਹ ਇਹਨਾਂ ਨੂੰ ਮੂਰਖ ਬਣਾ ਕੇ ਉਹ ਆਪਣਾ ਸਾਰਾ ਕੁਝ ਸਾਰ ਕੇ। ਗੱਲ ਇਹ ਕਿ ਮੁਫਤਖੋਰੀ ਇਹ ਆਦਤ ਹੈ ਤੇ ਮਾੜੀ ਹੈ, ਪਰ ਇਹ ਹੈ ਕਿ ਮੇਰੀ ਮੁਫਤਖੋਰੀ ਦੀ ਆਦਤ ਨੇ ਮੈਨੂੰ ਕਰ ਦਿੱਤਾ ਕੱਖੋਂ ਹੌਲੇ। ਕਿਉਂਕਿ ਜਦੋਂ ਵੀ ਕਿਸੇ ਵੀ ਬੰਦੇ ਪੰਜਾਬੀ ਨੂੰ ਸੰਬੋਧਨ ਹੋ ਰਿਹਾ, ਪੰਜਾਬੀ ਭਾਈਚਾਰੇ ਨੂੰ, ਹਾਂ ਮੈਂ ਪੰਜਾਬੀ ਭਾਈਚਾਰਾ ਕਰ ਲਓ, ਮੈਂ ਗਿਣ ਲਓ, ਮੇਰੀ ਮੁਫਤਖੋਰੀ ਦੀ ਆਦਤ ਨੇ ਮੈਨੂੰ ਕਰ ਦਿੱਤਾ ਕੱਖੋਂ ਹੌਲੇ। ਹਰ ਵਾਰ ਹੀ ਮੂਰਖ ਬਣ ਜਾਣਾ, ਸੁਣ ਸੁੱਖ ਸਹੂਲਤਾਂ ਦੇ ਰੌਲੇ।
ਰੌਲੇ ਹੀ ਆ, ਕਦੀ ਮਿਲਿਆ ਕਿ ਬਿਲਕੁਲ ਪ੍ਰੈਕਟੀਕਲ ਹੋਵੇ ਨਾ ਹੋਵੇ ਕੁਝ। ਇਹੋ ਸੁੱਖ ਸਹੂਲਤਾਂ ਦੇ ਰੌਲੇ ਸੁਣ ਕੇ ਇੱਥੇ ਆਇਆ ਤਾਂ ਇੱਥੇ ਆ ਕੇ ਪਤਾ ਲੱਗਾ ਵੀ ਖਰੀਦਣੀਆਂ ਪੈਂਦੀਆਂ ਨੇ। ਇੱਥੇ ਸੁੱਖ ਸਹੂਲਤਾਂ ਉੱਥੇ ਮੈਪਲ ਦੇ ਟਰੀ ਨੂੰ ਨਹੀਂ ਲੱਗੀਆਂ, ਜਾ ਕੇ ਜਾਂਦੇ ਤੋੜ ਲੈਣੀਆਂ। ਮੁਫਤ ਨਹੀਂ ਹੈਗਾ, ਮੁਫਤ ਨਹੀਂ ਹੈਗਾ। ਲੀਡਰ ਬਾਲਾ ਚਾਤਰਿਆ, ਲੀਡਰ ਬਾਲਾ ਚਾਤਰਿਆ ਜਾਂ ਮੈਂ ਮੂਰਖ, ਗੌਰ ਨਾਲ ਕੋਈ ਗੱਲ ਗੌਲੇ, ਉਹ 59 ਮਹੀਨੇ ਮੈਨੂੰ ਲੁੱਟੀ ਜਾਣ, 1 ਮਹੀਨਾ ਬਣ ਕੇ ਭੋਲੇ। 1 ਮਹੀਨਾ ਇਲੈਕਸ਼ਨ ਦੇ ਦੇਣਾ ਸੀ ਉਦੋਂ ਭੋਲੇ ਬੰਦੇ 59 ਮਹੀਨਿਆਂ ਨੂੰ ਦਾਤਰੀ ਬੜੀ ਦੀ ਵੱਡੀ ਤੁਰੇ ਜਾਂਦੇ ਆ। ਮੈਂ ਪੜਿਆ ਫਿਰ ਵੀ ਅਨਪੜ੍ਹ ਹਾਂ, ਅਨਪੜ੍ਹ ਬਾਦਸ਼ਾਹਾਂ ਦੇ ਗੋਲੇ, ਅਨਪੜ੍ਹ ਬਾਦਸ਼ਾਹਾਂ ਦੇ ਪੜੇ ਗੋਲੇ। ਪੜੇ ਲਿਖੇ ਜਿਹੜੇ ਅਫਸਰ ਉਹਨਾਂ ਦੇ ਕਾ ਕੋਈ ਪੀਏ ਕੋਈ ਸੀਏ ਕੋਈ ਜੇ ਉਹ ਅਨਪੜ੍ਹ। ਵੇਖੋ ਸਾਡਾ ਉੱਥੋਂ ਦੇ, ਮੈਂ ਦਾਨਸ਼ਵਰ ਵੀ ਤੇ ਮਿਹਨਤੀ ਵੀ, ਤੇ ਪਤਾ ਨਹੀਂ ਉਹਨਾਂ ਕੀ ਤਵੀਤ ਨੇ ਘੋਲੇ। ਮੈਂ ਪਿਛਲਾ ਉਹਨਾਂ ਦੇ ਗੁਣ ਗਾਵਾਂ, ਪਿਛਲਾ ਹੁੰਦਾ ਜਿਹੜਾ ਬੰਦਾ ਉਹਨਾਂ ਦੇ ਪਿੱਛੇ ਲੱਗ ਜਾਂਦਾ। ਮੈਂ ਪਿਛਲਾ ਉਹਨਾਂ ਦੇ ਗੁਣ ਗਾਵਾਂ, ਜਿਵੇਂ ਕਾਗ ਸੁੰਨੇ ਘਰ ਬੋਲੇ। ਉਹਨੂੰ ਪਤਾ ਹੁੰਦਾ ਵੀ ਲੱਭਣਾ ਕੱਖ ਨਹੀਂ, ਲੇਕਿਨ ਫਿਰ ਬੋਲਦਾ। ਇਹੋ ਹਾਲਤ ਇਹਨਾਂ ਦੇ ਅਕਾਲੀਆਂ ਦੇ ਜਿਹੜੇ ਪੈਰੋਕਾਰ ਨੇ, ਕਾਂਗਰਸੀਆਂ ਦੇ ਜਾਂ ਆਮ ਆਦਮੀ ਦੇ ਇਹਨਾਂ ਨੂੰ ਪਤਾ ਲੱਭਣਾ ਕੱਖ ਨਹੀਂ। ਅਖੀਰ ਜਿਹਨੇ ਐਮਐਲਏ ਬਣਨਾ, ਐਮਪੀ ਬਣਨਾ, ਉਹਨੇ ਦਾਤਰੀ ਫੇਰ ਨਹੀਂ ਆਪਣਾ। ਤੇ ਇਹ ਜਿਵੇਂ ਕਾਗ ਸੁੰਨੇ ਘਰ ਬੋਲਦੇ ਉਹ ਹਾਲ ਇਹਨਾਂ ਦਾ। ਜਿਵੇਂ ਕਾਗ ਸੁੰਨੇ ਘਰ ਬੋਲੇ, ਮੇਰੀ ਵੋਟ ਤੇ ਹੱਕ ਮੇਰਾ, ਹਰ ਵਾਰ ਉਹਦਾ ਹੱਕ ਕਿਉਂ ਬੋਲੇ? ਉਹਦਾ ਮੇਰੀ ਵੋਟ ਤੇ ਹੱਕ ਤੇ ਮੇਰਾ ਸੀ, ਤੇ ਫਿਰ ਵੀ ਉਹਦਾ ਹੱਕ ਬੋਲਣ ਨਹੀਂ ਅਕਾਲੀਆਂ ਨੂੰ ਪਾਉਣੀ ਹੈ ਜੀ। ਐਮਪੀ ਭਾਜੀ ਤੁਸੀਂ ਜ਼ੋਰ ਲਾ ਲਓ, ਮੈਂ ਕਾਂਗਰਸ ਨੂੰ ਪਾਉਣੀ ਹੈ। ਬਸ ਇਹੀ ਉਹਦਾ ਹਰ ਵਾਰ ਹੱਕ ਉਹਨਾਂ ਦਾ ਬੋਲ ਜਾਂਦਾ। ਲੀਡਰ ਮੇਰੀ ਮਿਹਨਤ ਐਸ਼ ਕਰੇ, ਮੇਰੀ ਵੋਟ ਦੀ ਕੰਧ ਦੇ ਉਹਲੇ, ਕਿਉਂਕਿ ਮਿਹਨਤ ਮੇਰੀ, ਵੋਟ ਮੇਰੀ, ਸਭ ਕੁਝ ਮੇਰੀ। ਉਹ ਸਿਰਫ ਉਹ ਜਿਹੜੀ ਇੰਨੀ ਬੰਨੀ ਜਿਹੀ ਬਣਾਈ ਹੁੰਦੀ ਉਹਦੇ ਵਿੱਚ ਪਾ ਕੇ ਅਸੀਂ ਮੁੜ ਕੇ ਲਾਉਂਦੇ ਆ। ਜਦੋਂ ਡੱਬੇ 'ਚ ਵੋਟ ਪੈ ਗਈ, ਜਦੋਂ ਮੋਹਰ ਲੱਗ ਗਈ, ਉਹ ਐਸ਼ ਉਹਦੀ, ਬਸ ਉਹਦੀ ਹੈ। ਹਾਂਜੀ, ਮੇਰੀ ਵੋਟ ਦੀ ਕੰਧ ਦੇ ਉਹਲੇ, ਮੈਂ ਗਲਤੀ ਨੂੰ ਕਿਸਮਤ ਮੰਨ ਕੇ। ਹੁਣ ਵੇਖੋ ਗਲਤੀ ਵੀ ਕੀਤੀ ਹੈ ਤੇ ਬਾਅਦ ਚ ਆਪਾਂ ਚਲੋ ਜੀ ਉਹ ਤੇ ਹੋਣਾ ਸੀ, ਰੱਬ ਦੀ ਕੀਤੀ ਹੋਗੀ। ਮੈਂ ਗਲਤੀ ਨੂੰ ਕਿਸਮਤ ਮੰਨ ਕੇ, ਕਦੇ ਭੇਦ ਨਾ ਦਿਲ ਦੇ ਖੋਲੇ, ਕਦੀ ਧਰਮ ਲਈ ਕਦੀ ਜਾਤ ਪਾਤ, ਹਰ ਵਾਰੀ ਨਵੇਂ ਨਵੇਂ ਚੋਲੇ, ਮੇਰੇ ਸਿਰ ਉੱਤੇ ਮਹਿਲ ਬਣਾ ਲਏ, ਮੇਰੇ ਅਜੇ ਵੀ ਕੱਚੇ ਕੌਲੇ, ਬਲ ਹੁਣ ਤੇ ਨੀਂਦੋ ਜਾਗ ਜਰਾ, ਸਮਾਂ ਬਦਲਿਆ ਹੌਲੇ ਹੌਲੇ। ਤੇ ਲੋਕਾਂ ਕਹਿੰਦੇ ਵੀ ਆਪਾਂ ਸੁੱਤੇ ਰਹੋ ਕੋਈ ਗੱਲ। ਇੱਕ ਗੱਲ ਤੁਹਾਡੀ ਇਹਦੇ ਵਿੱਚ ਮੈਂ ਅੱਗੇ ਕਰਨੀ ਚਾਹੁੰਦਾ ਜੀ। ਬਾਲ ਸਾਹਿਬ ਤੁਸੀਂ ਕਿਹਾ ਕਿ ਜਿਹੜੇ ਵੋਟ ਪੈ ਜਾਂਦੀ ਜਦੋਂ ਡੱਬੇ 'ਚ ਪੈ ਜਾਂਦੀ ਹੈਗੀ ਆ, ਤੇ ਫਿਰ ਉਹਦੀ ਉਮੀਦਵਾਰ ਦੀ ਵੋਟ ਹੈ, ਠੀਕ ਹੈ ਜੀ। ਜਿਹੜਾ ਜੇ ਉਹ ਤਬਦੀਲੀ ਕੋਈ ਨਹੀਂ ਕਰਦਾ, ਬਹੁਤ ਵੱਡੀ ਕੋਈ ਤਬਦੀਲੀ ਤਾਂ ਨਹੀਂ ਆਉਂਦੀ। ਜੇ ਅਕਾਲੀਆਂ ਨੇ ਨਹੀਂ ਕੀਤੀ ਤੇ ਉਸ ਤੋਂ ਬਾਅਦ ਕਾਂਗਰਸ ਦੀ ਗੱਲ ਸੀ, ਫਿਰ ਅਕਾਲੀਆਂ ਦੀ ਗੱਲ 2-10 ਸਾਲ ਰਹੀ, ਫਿਰ ਹੁਣ ਕਾਂਗਰਸ ਦੁਬਾਰਾ ਆਈ, ਹੋਇਆ ਕੁਛ ਨਹੀਂ, ਠੀਕ ਹੈ ਜੀ। ਪਰ ਜਦੋਂ ਜਿੱਤ ਕੇ ਆਉਂਦੇ ਜੀ, ਉਦੋਂ ਕਦੀ ਇਹਨਾਂ ਨੇ ਵੋਟਰਾਂ ਦਾ ਧੰਨਵਾਦ ਇਸ ਤਰੀਕੇ ਨਾਲ ਨਹੀਂ ਕੀਤਾ ਜਿਸ ਤਰੀਕੇ ਨਾਲ ਗੁਰਦੁਆਰਿਆਂ ਮੰਦਿਰਾਂ 'ਚ ਜਾ ਕੇ ਕਹਿੰਦੇ ਆ ਜੀ ਤੁਸੀਂ ਸਾਡੇ ਤੇ ਬੜੀ ਕਿਰਪਾ ਕੀਤੀ ਹੈਗੀ ਹੈ। ਉਹ ਮੰਦਿਰ ਵਾਲੇ ਬਾਬੇ ਨੂੰ ਵੀ ਮੱਥਾ ਟੇਕੀ ਜਾਂਦੇ, ਗੁਰਦੁਆਰੇ ਵਾਲੇ ਭਾਈ ਨੂੰ ਵੀ ਸਰੋਪਾ ਉਹਦੇ ਕੋਲ ਲਈ ਜਾਂਦੇ। ਇਸ ਤਰੀਕੇ ਦਾ ਇਹ ਕੀ ਸਾਰਾ ਵਰਤਾਰਾ ਜਿਹੜਾ, ਕੀ ਵਾਕਿਆ ਉਹ ਚਵਲਾਂ ਵਾਲੀ ਗੱਲ ਆ ਜਾਂ ਕੋਈ ਹੈਗਾ ਸੁਧਾਰ ਵਾਲਾ ਮਸਲਾ ਵੀ ਹੈਗਾ? ਕੋਈ ਮਸਲਾ ਸੁਧਾਰ ਵਾਲਾ ਨਹੀਂ, ਇਹ ਤਾਂ ਵੈਸੇ ਬੜਾ ਤੋਂ ਸੀਰੀਅਸ ਇਸ਼ੂ ਵਾਲੀ ਗੱਲ ਕੀਤੀ ਆ, ਬੜੀ ਡੂੰਘੀ ਗੱਲ ਆ। ਮੈਂ ਕਿਸੇ ਦੀ ਕਿਤਾਬ ਪੜ੍ਹੀ ਸੀ, ਬੰਦਾ ਪਿਛੋਕੜ ਤੋਂ ਸਿਆਸਤਦਾਨ ਸੀ, ਉਹ ਕਹਿੰਦਾ ਕਿ ਗੁਰਦੁਆਰੇ ਮੰਦਿਰਾਂ ਮਸੀਤਾਂ 'ਚ ਕਿਉਂ ਜਾਂਦੇ ਆ? ਕਿਉਂਕਿ ਤੁਹਾਨੂੰ ਵਰਤ ਕੇ ਫਿਰ ਰੱਬ ਨੂੰ ਵੀ ਵਰਤਦੇ ਆ। ਕਿਉਂਕਿ ਜਦੋਂ ਵੀ ਤੁਹਾਨੂੰ ਵੋਟ ਖਿੱਚਣੀ ਹੈ ਨਾ, ਮੈਂ ਕਹੂੰਗਾ ਤੁਸੀਂ ਹਿੰਦੂ ਜੇ ਤੁਸੀਂ ਮੈਨੂੰ ਵੋਟ ਪਾਇਓ, ਤੁਸੀਂ ਸਿੱਖ ਜੇ ਮੈਨੂੰ ਪਾਇਓ, ਤੁਸੀਂ ਕ੍ਰਿਸਚਨ ਜੇ ਮੈਨੂੰ ਪਾਇਓ, ਮੁਸਲਮਾਨ 75% ਵੋਟਿੰਗ ਤੇ ਉੱਥੇ ਪਾੜ ਜਾਂਦੀ ਹੈ ਧਰਮ ਦੇ ਆਧਾਰ ਤੇ। ਫਿਰ ਪਾਰਟੀ ਕਹਿੰਦੇ ਧਰਮ ਨਾਲੋਂ ਧੜਾ ਪਿਆਰਾ ਹੁੰਦਾ, 25% ਵੋਟਾਂ ਧੜੇ ਦੇ ਹਿਸਾਬ ਨਾਲ ਪੈ ਜਾਂਦੀਆਂ। ਅਸੀਂ ਅਕਾਲੀ, ਅਸੀਂ ਕਾਂਗਰਸੀ, ਅਸੀਂ ਆਮ ਆਦਮੀ ਪਾਰਟੀ, ਅਸੀਂ CPI, ਅਸੀਂ CPM, ਅਸੀਂ ਕਾਮਰੇਡ, ਅਸੀਂ ਫਲਾਣਾ, ਅਸੀਂ ਢਿੰਗੜਾ। ਬੀਜੇਪੀ ਚੁਣਾਏ ਨੇ ਜੀ, ਅਸੀਂ 117 ਸੀਟਾਂ ਤੇ ਲੜਨਾ। ਉਹ ਚਲੋ ਲੜਨਾ ਹੈ ਨਾ, ਉਹ ਮੇਰੇ ਨਾਲ ਬੰਦਾ ਹੀ ਤਾਂ ਹਰ ਵਾਰੀ ਪੁੱਤ ਭਲਵਾਨ ਪਾਲ ਲਿਆ ਉਹਨੇ। ਉਹ ਜਿਹੜੀ ਸਿੰਧ ਜਾਇਆ ਕਰੇ ਢਹਿ ਜਾ ਕਰੇ, ਜਿਹੜੀ ਸਿੰਧ ਜਾਇਆ ਕਰੇ ਢਹਿ ਜਾ ਕਰੇ। ਉਹ ਇੱਕ ਦਿਨ ਮੀਰਜ਼ਾਦੇ ਨੂੰ ਨਾਲ ਉਹਨੂੰ ਬਰਾਤ ਮਿਲ ਪਿਆ, ਕਹਿੰਦਾ ਵੀ ਭਲਵਾਨ ਜੀ ਜੇ ਹਰ ਸਿੰਧ 'ਚ ਢਹਿੰਦਾ ਤੇ ਇਹਦਾ ਵਿਆਹ ਕਰ ਦਿਓ। ਤੂੰ ਕਹਿੰਦਾ ਵਿਆਹ ਕਰਾ ਕੀ ਫਰਕ ਪਊ? ਕਹਿੰਦਾ ਸਾਰਾ ਰੋਜ਼ ਰਾਤ ਨੂੰ ਤਾਂ ਢਿਆ ਕਰੂ, ਪਿਆਰ ਸਿੰਧ 'ਚ ਵੀ ਢਹਿੰਦਾ ਕਿ ਕਿਹੜਾ ਜਿੱਤਦਾ ਆ। ਤੇ ਇਸ ਕਰਕੇ ਇਹ ਆ ਵੀ ਕਾਰਨ ਇਹ ਆ ਵੀ ਜਦੋਂ ਬੰਦਾ ਗ੍ਰਸਤੀ ਹੋ ਜਾਂਦਾ ਨਾ, ਉਹ ਵੀ ਉਹਦੀ ਢਹਿ ਹੀ ਹੁੰਦੀ ਹਿਸਾਬ ਨਾਲ। ਇੱਕ ਬਾਲ ਸਾਹਿਬ ਦੱਸਿਓ ਮੈਨੂੰ, ਜਿਹੜਾ ਇੱਕ ਨਵਾਂ ਵਰਤਾਰਾ ਹੁਣ ਚੱਲਿਆ, ਸਿਆਸਤ ਦੀ ਗੱਲ ਵੀ ਆਪਾਂ ਜੇ ਕਰ ਰਹੇ ਪਏ, ਨਵਾਂ ਵਰਤਾਰਾ ਚੱਲਿਆ ਕਿ ਜੀ ਕੋਈ ਕਹਿੰਦਾ ਜੀ ਦਲਿਤ ਮੁੱਖ ਮੰਤਰੀ ਬਣਾ ਦੇਣਾ, ਕੋਈ ਕਹਿੰਦਾ ਦਲਿਤ ਉਪ ਮੁੱਖ ਮੰਤਰੀ ਬਣਾ ਦੇਣਾ, ਕੋਈ ਕਹਿੰਦਾ ਜੀ ਅਸੀਂ ਮੁੱਖ ਮੰਤਰੀ ਬਣਾਉਣਾ, ਚਿਹਰਾ ਦਾ ਸਿੱਖ ਹੋਊਗਾ। ਇਹਦੇ ਪਿੱਛੇ ਕੀ ਲੱਗਦਾ ਤੁਹਾਨੂੰ ਭਾਜੀ? ਇਸ ਤਰੀਕੇ ਦੀਆਂ ਜਿਹੜੀਆਂ ਸਰਗਰਮੀਆਂ ਸ਼ੁਰੂ ਹੋਈਆਂ, ਇਹ ਪੰਜਾਬ ਦਾ ਕੋਈ ਸਵਾਰਨ ਜਾ ਰਹੀ ਹੈ? ਨਹੀਂ, ਇਹ ਤੇ ਕਮੇਡੀ ਹੈ ਜੀ ਅਸਲ 'ਚ। ਅੱਛਾ ਜੀ। ਸਿੱਖ ਮੁੱਖ ਮੰਤਰੀ ਬਣਾਉਣਾ, ਉਹ ਮਤਲਬ ਅਲਟੀਮੇਟਲੀ ਕਹਿ ਰਿਹਾ ਵੀ ਬਾਦਲ ਸਾਹਿਬ ਨੂੰ ਦੁਬਾਰਾ ਲਿਆਉਣਾ। ਕਿਹੜਾ ਵੀ ਸਿੱਖੀ ਹੈ
ਨਹੀਂ ਚਲੋ ਉਹਨੇ ਵਿਚਾਰਾ ਦਾੜੀ ਥੋੜੀ ਬੰਦ ਨਾ, ਕਈ ਵਾਰ ਨਹੀਂ ਵੀ ਸਿੱਖ ਸਿੱਖ ਉਹਨੇ ਦਾੜੀ ਖੁੱਲੀ ਰੱਖੇ। ਤੁਹਾਨੂੰ ਇਹ ਪਤਾ ਵੀ SGPC ਸਿਰਫ ਤੁਸੀਂ ਅੰਮ੍ਰਿਤਧਾਰੀ ਹੋਣ ਤੋਂ ਬਗੈਰ ਵੋਟ ਨਹੀਂ ਪਾ ਸਕਦੇ। ਦਾੜੀ ਅੰਮ੍ਰਿਤਧਾਰੀ ਤੇ ਚਲੋ ਅਲੱਗ ਹੈ, ਤੁਸੀਂ ਸਾਫ਼ ਸੂਰਤ ਹੋਣੇ ਚਾਹੀਦੇ ਜੀ। ਜਿਹੜੇ ਸਹਿਜਧਾਰੀ ਸਿੱਖ ਨੇ ਵੋਟ ਨਹੀਂ ਪਾ ਸਕਦੇ। ਜਦ ਕਿ ਸੁਖਬੀਰ ਬਾਦਲ ਨੇ ਏਡਾ ਤਗੜਾ ਇੱਥੇ ਮੁੰਦਰੀ ਦਾ ਨਗ ਪਾਇਆ, ਬਾਦਲ ਸਾਹਿਬ ਵੀ ਕਾਂਡ ਛਾਂਡ ਕਰਦੇ ਆ, ਸਾਰੇ ਕਰਦੇ, ਪਰ ਉਹ ਪ੍ਰਧਾਨ ਨੇ, ਉਹਨਾਂ ਹੀ ਰੂਲ ਇਹ ਬਣਾਇਆ। ਜਦ ਕਿ ਇਹਨਾਂ ਦੇ ਜਿਹੜੇ ਪਹਿਲੇ ਇਹਨਾਂ ਦੀ ਡੈਥ ਹੋ ਗਈ ਮੱਕੜ ਸਾਹਿਬ, ਉਹ SGPC ਦੇ ਪ੍ਰਧਾਨ ਸੀ ਤੇ ਉਹ ਸਾਰੀ ਦੁਨੀਆ ਨੂੰ ਪਤਾ ਸੀ ਵੀ ਕੀ ਕੁਝ ਹੈ ਸਾਰਾ ਕੁਝ। ਤੇ ਇਹਨਾਂ ਨੂੰ ਇਹ ਹੈ ਵੀ ਫਿਰ ਵੀ ਚਲੋ ਜੀ ਅਸੀਂ ਧਰਮ ਦੇ ਆਧਾਰ। ਸਭ ਤੋਂ ਵੱਡੀ ਪ੍ਰੋਬਲਮ ਪਤਾ ਕੀ ਹੈ, ਇਨਸਾਨ ਚੁਣੋ ਲੇਕਿਨ ਉਹ ਹੋਵੇ ਇਨਸਾਨ। ਤੁਸੀਂ ਚੁਣਦੇ ਲੀਡਰ ਜੀ, ਠੀਕ ਹੈ, ਕਦੀ ਲੀਡਰ ਕਿਸੇ ਦਾ ਨਹੀਂ ਹੋਇਆ। ਲੀਡਰ ਚੁਣਦੇ ਹੋ ਇਨਸਾਨਾਂ, ਚੰਗੇ ਇਨਸਾਨਾਂ ਨੂੰ, ਚੰਗੇ ਇਨਸਾਨ ਚੁਣ ਲਓ, ਕੋਈ ਚੁਣ ਲਓ ਯਾਰ। ਤੁਸੀਂ ਜ਼ਰੂਰੀ ਮੈਂ ਕਹਿੰਦਾ ਵੀ ਤੁਸੀਂ ਦੁਬਾਰਾ ਬਾਦਲ ਨੂੰ ਹੀ ਚੁਣ ਲਓ, ਪਰ ਉਹਨੂੰ ਕਹੋ ਵੀ ਭਾਈ ਇਨਸਾਨ ਬਣ। ਪਰ ਜਿਹੜਾ ਉਹ ਕਹੂਗਾ ਮੈਂ ਇਨਸਾਨ ਨਹੀਂ, ਇੰਨੇ ਸਾਲ 5 ਵਾਰੀ ਮੈਂ ਮੁੱਖ ਮੰਤਰੀ ਰਿਹਾ, ਕਿ ਮੈਂ ਬੰਦਾ ਹੀ ਨਹੀਂ। ਉਹ ਮੁੱਖ ਮੰਤਰੀ ਰਿਹਾ ਨਾ, 5 ਵਾਰੀ ਇਨਸਾਨ ਨਹੀਂ ਬਣਿਆ। ਜੇ 5 ਵਾਰੀ ਇਨਸਾਨ ਹੁੰਦਾ ਤੇ ਪੰਜਾਬ ਉਹੀ ਦੁਬਾਰਾ ਪੰਜਾਬ ਹੋਣਾ ਸੀਗਾ। ਪੰਜਾਬ ਦਾ ਕੋਈ ਵੀ ਮੁੱਖ ਮੰਤਰੀ, ਮੈਂ ਇਹ ਨਹੀਂ ਕਹਿੰਦਾ, ਮੈਂ ਪ੍ਰਤਾਪ ਸਿੰਘ ਕਾਰੋ ਤੋਂ ਲੈ ਕੇ ਜਸਟਿਸ ਗੁਰਨਾਮ ਸਿੰਘ ਤੋਂ ਲੈ ਕੇ ਉਸ ਤੋਂ ਬਾਅਦ ਜਿੰਨੇ ਵੀ ਆਏ, ਚਾਹੇ ਗੁਰਜਰ ਨੰਦਾ ਜੀ ਆਏ, ਜਿੰਨੇ ਮਰਜ਼ੀ, ਹੁਣ ਜੇ ਮੈਂ ਕਹਿਣ ਲੱਗਾ ਤਾਂ ਲੈਂਡ ਬੜੀ ਲੰਮੀ ਹੋ ਜਾਂਦੀ। ਦਰਬਾਰਾ ਸਿੰਘ ਹੋ ਗਿਆ, ਜਾਂ ਜਿੰਨੇ ਵੀ ਕਾਂਗਰਸ ਦੇ ਵੀ ਹੋਏ ਨੇ, ਬੇਅੰਤ ਸਿੰਘ ਹੋ ਗਿਆ, ਦਰਬਾਰਾ ਸਿੰਘ ਹੋ ਗਿਆ, ਪੱਠਲ ਹੋ ਗਈ, ਕੈਪਟਨ ਅਮਰਿੰਦਰ ਸਿੰਘ ਹੋ ਗਿਆ, ਇਹ ਜਿੰਨੇ ਵੀ ਕਾਂਗਰਸ ਦੀਆਂ ਪਲਟੀਆਂ ਮਾਰੀਆਂ, ਜਿੰਨੀ ਵੀ ਅਕਾਲੀਆਂ ਨੇ ਮਾਰੀਆਂ, ਇਹਨਾਂ ਸਾਰਿਆਂ ਕੋਲ ਬਰਨਾਲਾ ਸੁਰਜੀਤ ਸਿੰਘ ਬਰਨਾਲਾ ਐਡਵੋਕੇਟ ਸੀ। ਮਿੰਟ ਜਦੋਂ ਝੜਿਆ ਅਗਲਾ ਕਿਹਾ ਰਾਜਪਾਲ ਬਣ ਵੀ ਭਾਈ ਫਲਾਣੇ ਸਟੇਟ ਜਾ ਕੇ। ਇਹ ਲੰਮੀਆਂ ਗੱਲਾਂ ਹੋ ਜਾਣੀਆਂ, ਮੈਂ ਤੁਹਾਨੂੰ ਸ਼ਾਰਟ 'ਚ ਦੱਸ ਦਿੰਦਾ। ਇਹਨਾਂ ਨੂੰ ਸਾਡੇ ਲੋਕਾਂ ਨੂੰ ਇੱਕ ਸਮਝਦਾਰ ਹੋਣਾ ਪੈਣਾ ਵੀ ਚਾਹੇ ਉਹ ਅਕਾਲੀ ਆ ਚਾਹੇ ਉਹ ਕਾਂਗਰਸੀ ਆ, ਉਹਦੀ ਰੱਜ ਕੇ ਬੇਇੱਜ਼ਤੀ ਕਰੋ। ਹੁਣ ਮੌਕਾ ਜੀ, ਉਹਨੂੰ ਇੰਨਾ ਕੁ ਢੀਠ ਕਰਦਾ ਕਿ ਜਦੋਂ ਅਗਲੀ ਵਾਰ ਉਹ ਦੁਬਾਰਾ ਵੋਟਾਂ ਲਈ ਆਵੇ, ਉਹਨੂੰ ਪਤਾ ਹੋਵੇ ਵੀ ਲੋਕੀ ਮੈਨੂੰ ਆਹ ਕਹਿੰਦੇ ਆ। ਉਹਨੂੰ ਕਹੇ ਵੀ ਭਾਵੇਂ ਘਰੋਂ ਪੈਸੇ ਲਾ, ਭਾਵੇਂ ਬਾਹਰੋਂ ਲਾ, ਸਾਨੂੰ ਆਹ ਕੁਝ ਚਾਹੀਦਾ ਜੀ। ਪਰ ਸਵਾਲ ਤਾਂ ਪੈਦਾ ਹੁੰਦਾ ਕਿ ਵੋਟ ਜਦੋਂ ਮੰਗਣ ਆਉਂਦੇ ਆ ਇਹ ਉਮੀਦਵਾਰ, ਅਸੀਂ ਤਾਂ ਹਾਰ ਪਹਿਲੇ ਤਿਆਰ ਕੀਤੇ ਹੁੰਦੇ ਵੀ ਉਹਨਾਂ ਦੇ ਗੱਲ 'ਚ ਹਾਰ ਪਾਉਣੇ, ਦੱਸਣਾ ਵਾ ਕਿ ਅਸੀਂ ਤੇਰੇ ਨਾਲ ਫੋਟੋ ਖਿਚਾਉਣੀ ਹੈ। ਉਹ ਤਾਂ ਸਾਡੀ ਹਾਰ ਹੁੰਦੀ ਨਾ, ਸਾਡੀ ਹਾਰ ਹੁੰਦੀ ਆ, ਅਸੀਂ ਉਹਦੇ ਗੱਲ 'ਚ ਪਾ ਲੈਂਦੇ ਆ। ਆ ਲਓ ਇਹ ਸਾਡੀ ਹਾਰ ਤੁਹਾਡੇ ਗੱਲ 'ਚ ਆ ਵੀ ਅਸੀਂ ਹਾਰ ਗਏ। ਅੱਛਾ ਅੱਛਾ ਅੱਛਾ। ਉਹ ਹਾਰ ਦਾ ਮਤਲਬ ਵੀ ਉਹ ਪਤਾ ਨਹੀਂ ਕਿਹੜੇ ਮਹਾਂਪੁਰਸ਼ ਨੇ ਨਾਮ ਰੱਖਿਆ ਹਾਰ ਦਾ, ਪੰਜਾਬੀ 'ਚ ਜਾਂ ਹਿੰਦੀ 'ਚ, ਜਿਹਦੇ 'ਚ ਵੀ। ਕਦੀ ਵੀ ਕਿਤੇ ਤੁਸੀਂ ਕਿਤੇ ਗੁਰਦੁਆਰੇ ਮੰਦਿਰ ਜਾਂ ਤੁਸੀਂ ਕਹਿੰਦੇ ਫੂਲ ਮਾਲਾ, ਜਾਂ ਤੁਸੀਂ ਉੱਥੇ ਕਹਿੰਦੇ ਜੇ ਵੀ ਉਹ ਆਪਣਾ ਫੁੱਲ ਚੜਾਏ ਨੇ ਜਾਂ ਕੋਈ ਹੋਰ, ਉੱਥੇ ਤੁਸੀਂ ਕਦੀ ਨਹੀਂ ਕਹਿੰਦੇ ਵੀ ਗੁਰੂ ਸਾਹਿਬ ਨੂੰ ਹਾਰ ਚੜਾ ਦਿੱਤਾ। ਗੁਰੂ ਸਾਹਿਬ ਨੂੰ ਹਾਰ ਹੁੰਦੀ ਉਹੋ ਚੀਜ਼ ਆ, ਉਹਦਾ ਸਤਿਕਾਰ ਵੱਧ ਜਾਂਦਾ। ਇੱਥੇ ਹਾਰ ਇਸ ਕਰਕੇ ਹੋ ਜਾਂਦਾ ਕਿਉਂਕਿ ਸਾਨੂੰ ਪਤਾ ਹੁੰਦਾ ਵੀ ਇਹ ਤਾਂ ਅਸੀਂ ਤੇ ਸਾਹਮਣੇ ਹਾਰ ਗਏ। ਮੈਨੂੰ ਗੱਲ ਸਾ ਦੱਸੀ ਵੀ ਤੁਹਾਨੂੰ ਸਾਰਾ ਕੁਝ ਪਤਾ, ਪੰਜਾਬ ਦੇ ਹੋਰ ਲੋਕਾਂ ਨੂੰ ਕਿਉਂ ਨਹੀਂ ਪਤਾ? ਸਾਰਿਆਂ ਨੂੰ ਪਤਾ ਜੀ, ਪਤਾ ਸਾਰਿਆਂ ਨੂੰ ਹੀ ਪਤਾ। ਤੁਸੀਂ ਇੱਥੇ ਸੱਥ 'ਚ ਕਿਤੇ ਬਹਿ ਜਾਓ ਕਿਸੇ ਪੰਜਾਬੀ ਦੇ, ਉਹਨੇ ਕਿਸੇ ਨੂੰ ਇੱਕ ਨੂੰ ਮਾੜਾ ਜਿਹਾ ਕਹਿ ਕੇ ਵੇਖ ਲਓ ਵੀ ਬਾਦਲ ਸਾਹਿਬ ਕਿਆ ਬਾਤ, ਬਾਗਮਾਲ ਬੰਦੇ। ਹੁਣ ਜਿਹੜਾ ਨਾਲ ਬੈਠਾ ਉਹਨੂੰ ਉਹਦੇ ਢਿੱਡ ਵੱਟ ਉਦੋਂ ਪੈਣਾ ਸ਼ੁਰੂ ਹੋ ਜਾਣਾ, ਬਾਦਲ ਸਾਹਿਬ ਉਹ ਯਾਰ ਉਹਦੇ ਨਾਲ ਦਾ ਤਾਂ ਗੰਦਾ ਬੰਦਾ ਹੀ ਕੋਈ ਨਹੀਂ, ਲੁੱਟ ਕੇ ਖਾ ਗਿਆ ਪੰਜਾਬ ਨੂੰ ਅਰਬਾਂ ਖਰਬਾਂ ਜ਼ਿਆਦਾ। ਉਹੀ ਬੰਦੇ ਨੂੰ ਜਿਹਨੇ ਪਹਿਲਾਂ ਬਾਦਲ ਸਾਹਿਬ ਦੀ ਸਿਫਤ ਕੀਤੀ, ਉਹ ਕੈਪਟਨ ਚ ਨਾ। ਹੁਣ ਯਾਰ ਤੁਸੀਂ ਉਹਨਾਂ 'ਚ ਨੁਕਸ ਕੱਢੀ ਜਾਂਦੇ ਜੇ, ਬਾਦਲ ਵੀ ਮਾੜਾ, ਕੈਪਟਨ ਵੀ ਮਾੜਾ, ਇਹ ਨੋ ਵੀ ਮਾੜੀ, ਤੇ ਇਹ ਨਨਾਣ ਵੀ ਮਾੜੀ, ਤੇ ਸੱਸ ਵੀ ਮਾੜੀ, ਧੀਏ ਤੇਰੇ 'ਚ ਵੀ ਕੋਈ ਗੁਣ ਹੋਊ ਕਿ ਕੰਜਰੋ ਆਪਣੇ ਗੁਣ ਵੇਖੋ ਵੋਟਰੋ ਵੀ ਤੁਹਾਡੇ 'ਚ ਕੀ ਗੁਣ ਆ। ਸੱਸ ਵੀ ਤੁਹਾਡੀ ਤੇ ਨਨਾਣ ਵੀ ਤੁਹਾਡੀ। ਪੰਜਾਬੀ ਸੱਥ ਵਿੱਚ ਬੈਠ ਕੇ ਅਸੀਂ ਇਹ ਪੰਜਾਬ ਦੇ ਬਾਰੇ ਗੱਲਾਂ ਜਦੋਂ ਕਰਦੇ ਹਾਂ ਜੀ, ਉਦੋਂ ਸਾਨੂੰ ਕਿ ਲੱਗਦਾ ਹੁੰਦਾ ਕਿ ਜੇ ਇਹ ਗੱਲਾਂ ਨਾ ਕਰੀਏ, ਪੰਜਾਬੀਆਂ ਦੇ ਕੰਨਾਂ ਤੱਕ ਨਾ ਪਹੁੰਚਾਈਏ, ਤੇ ਅਸੀਂ ਗੁਨਾਹਗਾਰ। ਪੰਜਾਬੀਆਂ ਦੇ ਕੰਨਾਂ ਤੱਕ ਗੱਲ ਪਹੁੰਚਾਉਣ ਦੇ ਪਿੱਛੇ ਮਕਸਦ ਜਿਹੜਾ ਉਹ ਇਹ ਵੀ ਜਗਾਉਣਾ ਹੁੰਦਾ। ਜਾਗਣ ਦਾ ਵੇਲਾ, ਇਹ ਜਾਗਣ ਦਾ ਵੇਲਾ ਇਸ ਕਰਕੇ ਕਿ ਵੋਟਾਂ ਸਿਰ ਤੇ ਆ ਗਈਆਂ, ਅਜੇ 7-8 ਮਹੀਨੇ ਪਏ ਆ, ਤੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਹੁਣ ਤੋਂ ਢੰਡੋਰਾ ਪਿੱਟਣਾ ਸ਼ੁਰੂ ਕਰਤਾ, ਅਸੀਂ ਰੌਲਾ ਪਾਉਣਾ ਸ਼ੁਰੂ ਕਰਤਾ ਕਿ ਤੁਸੀਂ ਇਲੈਕਸ਼ਨ 'ਚ ਕਿਹੜੀ ਪਾਰਟੀ ਨੂੰ ਵੋਟ ਪਾਈਓ, ਕਿਹੜੀ ਨੂੰ ਪਾਈਓ, ਜਿਹਨੂੰ ਮਰਜ਼ੀ ਪਾਓ ਜੀ, ਸਾਡਾ ਕੋਈ ਸਕਾ ਨਹੀਂ। ਤੁਸੀਂ ਆਮ ਆਦਮੀ ਪਾਰਟੀ ਨੂੰ ਪਾਉਣੀ ਤਾਂ ਵੀ ਕੋਈ ਗੱਲ ਨਹੀਂ, ਅਕਾਲੀਆਂ ਨੂੰ ਪਾਉਣੀ ਹੈ ਤਾਂ ਵੀ ਕੋਈ ਗੱਲ ਨਹੀਂ, ਕਾਂਗਰਸ ਨੂੰ ਪਾਉਣੀ ਹੈ ਤਾਂ ਵੀ ਕੋਈ ਗੱਲ ਨਹੀਂ, BJP ਜਿਹਨੇ ਕਿਹਾ ਜੀ 117 ਸੀਟਾਂ ਤੇ ਅਸੀਂ ਇਲੈਕਸ਼ਨ ਲੜਨੇ ਆ, ਉਹਦੇ 'ਚੋਂ ਕਿਸੇ ਨੂੰ ਤੁਹਾਨੂੰ ਚੰਗਾ ਲੱਗਦਾ ਤਾਂ ਉਹਨੂੰ ਪਾ ਲਓ। ਬਿਲਕੁਲ ਜੀ, ਬਿਲਕੁਲ ਜਿਹਨੂੰ ਮਰਜ਼ੀ ਵੋਟ ਪਾ ਲਓ, ਪਰ ਜਿੱਦਾਂ ਬਾਲੇ ਸਾਹਿਬ ਕਹਿੰਦੇ ਜੀ ਬੰਦਿਆਂ ਨੂੰ ਵੋਟ ਪਾਓ। ਬਿਲਕੁਲ ਲੀਡਰਾਂ ਮਗਰ ਤੁਰ ਪੈਂਦੇ ਜੇ। ਵੇਖੋ ਜੀ, ਲੀਡਰ ਉਹ ਬੰਦਾ ਆ ਜਿਹੜਾ ਤੁਹਾਡੇ ਘਰ ਦਾ ਮੋਢੀ ਆ, ਉਹ ਲੀਡਰ ਆ। ਜਦੋਂ ਤੁਸੀਂ ਉਹਦੀ ਨਹੀਂ ਹੁਣ ਸੁਣਦੇ ਤਾਂ ਹੁਣ ਘੱਟੋ ਘੱਟ ਇੰਨੇ ਤੇ ਜਾਗਦੇ ਤੋਂ, ਜੋ ਘਰ 'ਚ ਹਰ ਬੰਦਾ ਜਾਗਦਾ ਆ। ਘਰ 'ਚ ਤੁਹਾਡਾ ਵੱਡਾ ਭਰਾ ਜਾਂ ਕੋਈ ਕਹਿ ਦੇਣਾ ਵੀ ਯਾਰ ਆ ਮੈਨੂੰ ਦੇ ਦਿਓ, ਮੇਰਾ ਥੋੜਾ ਜਿਹਾ ਹੱਥ ਤੰਗ, ਉਹਦੇ ਤੁਸੀਂ ਕਹਿੰਦੇ ਨਹੀਂ
ਕਚਹਿਰੀ ਕੋਰਟ ਕਿੱਥੋਂ ਤੱਕ ਜਾਂਦੇ ਜੀ। ਤੁਸੀਂ 5 ਰੁਪਈਆਂ ਦੇ ਬਤਾਉ ਖਰੀਦੇ ਹੋਣ ਤੇ ਉਹ ਤੁਸੀਂ 20 ਹਜ਼ਾਰਾਂ ਨੂੰ ਫੋਲ ਕੇ ਆਇਆ ਕਰਕੇ ਪੂਰੀ ਟੋਕਰੀ ਫੋਲਦਾ ਹਾਂ। ਤੇ ਲੀਡਰ ਵੇਖਣ ਲੱਗਾ ਤੇ ਮਿੰਟ ਨਹੀਂ ਲਾਉਂਦੇ ਵੀ ਚਲੋ ਜਿਹੜਾ ਆ ਗਿਆ ਜੋ ਜੀ ਆਵੇ ਸੋ ਰਾਜੀ ਜਾਵੇ। ਜਿਸ ਤਰ੍ਹਾਂ ਉਹ ਪੰਜਾਬੀ ਚ ਕਹਿੰਦੇ ਹੁੰਦੇ ਵੀ ਹਰ ਇੱਕ ਦੇ ਵਿਆਹ ਤੇ ਹਰੇਕ ਦੇ ਮਕਾਣੇ ਤੇ ਕਿਹੜਾ ਮੂਰਖ ਤੇ ਕਿਹੜੇ ਸਿਆਣੇ। ਜਾਂਦੇ ਜਾਂਦੇ ਬਹੁਤ ਖੂਬਸੂਰਤ ਕਵਿਤਾ ਕੋਈ ਹੋਰ ਸੁਣਾਓ। ਲਓ ਜੀ, ਕਿਉਂਕਿ ਇਹੀ ਗੱਲ ਚੱਲ ਰਹੀ ਸੀ ਵੀ ਵੇਚਣ ਬਚਾਉਣ ਦੀ ਵੀ ਆਹ ਹੁਣ ਵਿਕਾਊ ਵਾਲਾ ਹੀ ਕੰਮ ਹੈ ਨਾ ਵੀ ਮੈਂ 300 ਯੂਨਿਟ 'ਚ ਵਿਕਾਊਂ। ਉਹ ਕਹਿੰਦਾ ਮੈਂ ਤਾਂ ਅੱਗੇ 200 ਯੂਨਿਟ 'ਚ ਵਿਕਾਊਂ, ਹੁਣ ਮੈਂ 500 ਯੂਨਿਟ 'ਚ ਵਿਕਾਊਂ। ਆ ਪਿੱਛੇ ਜੇ ਬੀਬੀ ਜੀ ਨੇ ਉਹ ਵੀ ਬਿਆਨ ਦੇ ਦਿੱਤਾ ਕਿ ਸਾਡੀ ਸਰਕਾਰ ਹੁੰਦੀ ਤੇ ਕਾਨੂੰਨ ਅਸੀਂ 6 ਦਿਨਾਂ 'ਚ ਰੱਦ ਕਰਾ ਦੇਣੇ। ਬਿਲਕੁਲ, ਦੱਸੋ। ਹੁਣ ਆਪਣੇ ਆਪ ਨੂੰ ਵੇਚਣ ਦੇ ਆ। ਅਸਲ ਇਹ ਪਹਿਲਾਂ ਹੁੰਦੇ ਸੀ ਕਿ ਏਜੰਟ ਆਉਂਦੇ ਹੁੰਦੇ ਸੀ ਬੀਬੀ ਵਾਲੇ। ਕਿਹੜੀ ਬੀਬੀ ਨੇ ਕਿਹਾ ਸੀ ਇਦਾਂ? ਇਹ ਆਪਣੀ ਬੀਬੀ ਬਾਦਲ ਨੇ। ਬੀਬੀ ਬਾਦਲ ਨਾਲ ਹੀ ਸੀ ਜਦੋਂ ਕਾਨੂੰਨ ਬਣੇ। ਹਾਂ, ਉਹੀ ਉਹਨੇ ਕਿਹਾ ਨਾ ਵੀ 6 ਦਿਨ ਜੀ। ਉਹਨੂੰ ਲੱਗਾ ਵੀ ਲੋਕੀ ਭੁੱਲ ਗਏ ਸ਼ਾਇਦ। ਮੈਂ ਤਾਂ ਤੁਹਾਨੂੰ ਦੱਸਿਆ ਵੇਚਣ ਦਾ ਤਰੀਕਾ ਆ। ਪਿੱਛੇ ਹੁੰਦੇ ਨਾ ਏਜੰਟ ਬੀਮੇ ਵਾਲੇ ਵੀ ਭਾਜੀ ਆ ਜੋ ਆ ਵੀ ਜੇ ਬਾਈ ਚਾਂਸ ਤੁਸੀਂ ਮਰ ਗਏ ਤੁਹਾਡੀ ਸਾਰੀ ਔਲਾਦ ਸੁਖੀ ਹੋ ਜੂ। ਸੇਮ ਚੀਜ਼ ਇਹ ਨੇ, ਇਹ ਬੀਮੇ ਦੇ ਏਜੰਟ ਜੀ। ਇਹ ਹਰ ਪਾਰਟੀ ਦੇ ਆਪਣੇ ਏਜੰਟ ਨੇ। ਕਾਰਨ ਇਹ ਆ ਕਿ ਪਾਰਟੀਆਂ ਇਹਨਾਂ ਦੇ ਆਪਣੇ ਏਜੰਟ ਦੇ ਨਾਲ ਮੁੜ ਕੇ ਸਾਹਿਬ ਵੀ ਤੁਹਾਡੇ ਆਪਣੇ ਜੀ। ਉਹ ਅਸੀਂ ਨੋਰਮਲ ਗੱਲ ਕਰਦੇ ਨੇ ਵੀ ਸ਼ਕਲਾਂ ਵਾਲੇ ਸ਼ਕਲਾਂ ਵੇਚ ਕੇ ਅਕਲਾਂ ਵਾਲੇ ਅਕਲਾਂ। ਕੀ ਅਸਲੀ ਵਾਲੇ ਸੰਗ ਕੇ ਬੋਲਣ। ਕਿਉਂਕਿ ਹੁਣ ਹਿਸਾਬ ਕਿਤਾਬ ਉਹ ਹੋ ਗਿਆ ਨਾ, ਮੀਡੀਆ ਪ੍ਰਧਾਨ ਹੋ ਗਿਆ, ਗਾਲ ਕੱਢਣ ਲੱਗਾ ਲੋਕੀ 2 ਮਿੰਟ ਨਹੀਂ ਲਾਉਂਦੇ। ਚਾਹੇ ਕਿਸੇ ਨੂੰ ਪੰਜੇ ਦੀ ਨੌਲੇਜ ਨਹੀਂ, 2 ਕਿਤਾਬਾਂ ਨਾ ਪੜ੍ਹੀਆਂ ਹੋਣ ਭਾਵੇਂ। ਆਂਦੇ ਅਸਲੀ ਵਾਲੇ ਸੰਗ ਕੇ ਬੋਲਣ ਤੇ ਲੋਕ ਖਰੀਦਣ ਨਕਲਾਂ। ਝੂਠ ਗੱਪਾਂ ਤੇ ਖਰੀਦਦਾਰ ਹਜ਼ਾਰਾਂ ਤੇ ਸਸਤਾ ਹੋਇਆ ਸੱਚ। ਸੱਚੇ ਸੁੱਚੇ ਅੰਦਰ ਵੜ ਗਏ ਤੇ ਥਾਪੀਆਂ ਮਾਰਨ ਖੱਚ। ਕੀ ਖੱਚ ਹੁੰਦੇ ਜੀ ਜਿਹੜੇ ਬਿਲਕੁਲ ਹੀ ਜਿਹਨਾਂ ਨੂੰ ਪ੍ਰਵਾਹ ਕੋਈ। ਲਫ਼ਜ਼ ਵੀ ਕਮਾਲ ਦੇ ਸੀ। ਪਹਿਲਾਂ ਤੁਸੀਂ ਉਹ ਚਵਲ ਦੀ ਗੱਲ ਕਰਦੇ ਸੀ, ਹੁਣ ਖੱਚ ਦੀ ਗੱਲ ਕਰਨੀ। ਹਾਂਜੀ, ਝੂਠ ਗੱਪਾਂ ਦੇ ਖਰੀਦਦਾਰ ਹਜ਼ਾਰਾਂ, ਸਸਤਾ ਹੋਇਆ ਸੱਚ। ਸੱਚੇ ਸੁੱਚੇ ਅੰਦਰ ਵੜ ਗਏ ਤੇ ਥਾਪੀਆਂ ਮਾਰਨ ਖੱਚ। ਗਿਆਨੀ ਸੋਚਾਂ ਦੇ ਵਿੱਚ ਪੈ ਗਏ ਤੇ ਸੁਣ ਸਰੋਤੇ ਚਵਲਾਂ। ਤੇ ਫਿਰ ਸ਼ਕਲਾਂ ਵਾਲੇ ਸ਼ਕਲਾਂ ਵੇਚ ਕੇ ਅਕਲਾਂ ਵਾਲੇ ਅਕਲਾਂ। ਪੰਡਤ ਮੁੱਲਾ ਲਾਲਚੀ ਹੋਏ ਤੇ ਸਸਤੀ ਹੋ ਗਈ ਬਾਣੀ। ਕਿਉਂਕਿ ਹੁਣ ਚਾਰ ਬੰਦਾ ਕਹਿੰਦੇ ਗਿਆਨ ਦੀ ਗੱਲ 'ਚ ਰੱਸਾ ਪਾਇਆ, ਮੈਂ ਬਾਬਾ ਮੈਂ ਬਾਬਾ ਮੈਂ ਬਾਬਾ, ਜਦ ਕਿ ਬਾਬਾ ਇੱਕੋ ਹੀ ਆ। ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂਆਂ ਤੋਂ ਬਾਅਦ ਸਭ ਸਿੱਖਣ ਕੋ ਹੁਕਮ ਹੈ। ਆਂਦੇ ਜੀ ਪੰਡਤ ਮੁੱਲਾ ਲਾਲਚੀ ਹੋਏ ਸਸਤੀ ਹੋ ਗਈ ਬਾਣੀ। ਹਰ ਧਰਮ ਦੇ ਆਗੂਆਂ ਪਾਈ ਪਾਣੀ ਵਿੱਚ ਮਧਾਣੀ। ਪਾਣੀ ਚ ਮਧਾਣੀ ਪਾ ਕੇ ਬੈਠੇ ਨੇ ਵੀ ਤੁਹਾਨੂੰ ਕੱਖ ਨਹੀਂ, ਮੱਖਣ ਨਹੀਂ ਤੁਹਾਨੂੰ ਦੇ ਦੇਣਾ। ਫੁੱਲਾਂ ਉੱਤੇ ਬਾਬੇ ਤੁਰਦੇ ਤੇ ਸੰਗਤ ਘਸਾਵੇ ਚੱਪਲਾਂ। ਸ਼ਕਲਾਂ ਵਾਲੇ ਸ਼ਕਲਾਂ ਵੇਚ ਕੇ ਅਕਲਾਂ ਵਾਲੇ ਅਕਲਾਂ। ਉਹ ਬਾਬੇ ਫੁੱਲਾਂ ਦੇ ਤੁਰਦੇ, ਸੰਗਤ ਮੇਰੇ ਵੀ ਵਾਕਈ ਮੈਂ ਦੇਖੇ ਨਹੀਂ ਕਈ। ਹਾਂਜੀ, ਮਸੰਦਾਂ ਦੀ ਹੋਈ ਚਾਂਦੀ ਤੇ ਰੱਬ ਤੋਂ ਮੂਲ ਨਾ ਡਰਦੇ। ਚੜਾਵਾ ਖਾ ਕੇ ਕਰਨ ਬਦ ਫੈਲੀਆਂ। ਪਾਪਾਂ ਵਿੱਚ ਨਿਤ ਤਰਦੇ, ਨਿਤ ਪਾਪਾਂ 'ਚ ਤਰਦੇ ਨੇ। ਕਿਹੜਾ ਰੱਬ ਤੇ ਕਿੱਥੇ ਰੱਬ, ਭੁੱਲ ਜਾਂਦੀਆਂ ਗੰਦੀਆਂ ਨਸਲਾਂ। ਤੇ ਸ਼ਕਲਾਂ ਵਾਲੇ ਸ਼ਕਲਾਂ ਵੇਚ ਕੇ ਅਕਲਾਂ ਵਾਲੇ ਅਕਲਾਂ। ਬਲ ਮੀਡੀਆ ਬਣਿਆ ਖਾੜਾ। ਜੋ ਅੱਜ ਕੱਲ ਹੁਣ ਮੌਕਾ ਚੱਲਦਾ, ਘੁਲ ਹੀ ਨਹੀਂ ਰਹੇ ਲੋਕੀ, ਕੁਛ ਨਹੀਂ ਉਹਨੂੰ ਮਾੜਾ। ਜਿਵੇਂ ਮੈਂ ਤੁਹਾਨੂੰ ਅੱਗੇ ਪਹਿਲਾਂ ਵੀ ਦੱਸਿਆ, ਬਲ ਮੀਡੀਆ ਬਣਿਆ ਖਾੜਾ। ਘੁਲਣ ਸੱਚੇ ਤੇ ਝੂਠੇ, ਦੂਸ਼ਣ ਗਾਲਾਂ ਰੱਬ ਨੂੰ ਨਿੰਦਣ। ਵੇਖੇ ਵਿਦਵਾਨ ਅਨੂਠੇ। ਬਲ ਮੀਡੀਆ ਬਣਿਆ ਖਾੜਾ। ਘੁਲਣ ਸੱਚੇ ਤੇ ਝੂਠੇ, ਦੂਸ਼ਣ ਗਾਲਾਂ ਰੱਬ ਨੂੰ ਨਿੰਦਣ। ਵੇਖੇ ਵਿਦਵਾਨ ਅਨੂਠੇ। ਮਾਵਾਂ ਭੈਣਾਂ ਧੀਆਂ ਵੀ ਹੁਣ ਬਦਲਣ ਲੱਗੀਆਂ ਸ਼ਕਲਾਂ। ਤੇ ਸ਼ਕਲਾਂ ਵਾਲੇ ਸ਼ਕਲਾਂ ਵੇਚ ਕੇ ਅਕਲਾਂ ਵਾਲੇ ਅਕਲਾਂ। ਅਸਲੀ ਵਾਲੇ ਸੰਗ ਕੇ ਬੋਲਣ ਤੇ ਲੋਕ ਖਰੀਦਣ ਨਕਲਾਂ। ਪੰਜਾਬੀ ਸੱਥ ਵਿੱਚ ਅਸੀਂ ਬੇਫਿਕਰੀ ਦੇ ਨਾਲ ਇਹ ਗੱਲ ਕਦੀ ਨਹੀਂ ਕਹਿ ਸਕਦੇ ਕਿ ਸਾਨੂੰ ਪੰਜਾਬੀਆਂ ਤੇ ਮਾਣ। ਪੰਜਾਬੀਆਂ ਦੀ ਸ਼ਾਨ ਵੱਖਰੀ ਕਹਿੰਦੇ ਆ, ਪਰ ਸ਼ਾਨ ਕਿੰਨੀ ਕੁ ਵੱਖਰੀ ਹੈ ਇਹ ਮੈਂ ਤੇ ਬੱਲ ਸਾਹਿਬ ਨੇ ਇਸ ਅੱਧੇ ਘੰਟੇ ਦੇ ਪ੍ਰੋਗਰਾਮ ਵਿੱਚ ਕੋਸ਼ਿਸ਼ ਕੀਤੀ ਦੱਸਣ ਦੀ। ਸ਼ਾਨ ਵੱਖਰੀ ਹੁੰਦੀ ਸੀ, ਹੋਣੀ ਚਾਹੀਦੀ ਆ, ਹੋਵੇ। ਇਹ ਸਾਡੀਆਂ ਸ਼ੁਭ ਕਾਮਨਾਵਾਂ, ਸਾਡੀ ਅਰਦਾਸ ਹੈ, ਸਾਡੀ ਇੱਛਾ ਹੈ। ਕੋਸ਼ਿਸ਼ ਕਰੋ ਪੰਜਾਬੀਆਂ ਦੀ ਸ਼ਾਨ ਵੱਖਰੀ ਹੀ ਹੋਵੇ। ਜਾਂਦਾ ਬੇਨਤੀ ਕਰਾਂਗਾ, ਕਿਉਂਕਿ ਜਿਵੇਂ ਇਲੈਕਸ਼ਨ ਵੀ ਆ ਰਹੀ, ਅਗਲੀ ਵਾਰ ਨੂੰ ਇਹ ਬੇਨਤੀ ਕਰਾਂਗੇ ਵੀ ਸਾਰੇ ਪੜ੍ਹੇ ਲਿਖੇ ਤੇ ਅਨਪੜ੍ਹ ਪੰਜਾਬੀਓ, ਅਮਲੀਓ, ਸਮੈਕੀਓ, ਆਸ਼ਕੋ ਤੇ ਸ਼ਰਾਬੀਓ, ਸਾਰੇ ਕੁਆਰਿਓ ਤੇ ਵਿਆਹਿਓ, ਜਨਾਨੀਆਂ ਨਾਲੋਂ ਵੱਧ ਕੇ ਮਹਿੰਗਾਈ ਹੱਥੋਂ ਸਤਾਇਓ। ਪਲੀਜ਼ ਕਿਰਪਾ ਐਤਕਾਂ ਵੋਟਾਂ ਸੋਚ ਸਮਝ ਕੇ ਪਾਇਓ। ਕੀ ਬਾਤ। ਲਓ ਜੀ, ਬਹੁਤ ਖੂਬਸੂਰਤ ਗੱਲ ਬੱਲ ਸਾਹਿਬ ਨੇ ਕਰਤੀ ਹੈਗੀ। ਇਹ 'ਤੇ ਕਿੰਨਾ ਕੁ ਧਿਆਨ ਤੁਸੀਂ ਦਿੰਦੇ ਹੋ, ਇਹ ਅਜੇ ਸਮਾਂ ਹੈਗਾ ਸੋਚਣ ਦਾ। ਸੋਚ ਲਈਓ, ਜੇ ਨਹੀਂ ਸੋਚੋਗੇ ਤਾਂ ਪਛਤਾਓਗੇ। ਉਂਝ ਅਗਲੀ ਵਾਰੀ ਫਿਰ ਅਸੀਂ ਇਸ ਟੌਪਿਕ ਨੂੰ ਅੱਗੇ ਲੈ ਕੇ ਜਾਵਾਂਗੇ। ਬੱਲ ਸਾਹਿਬ ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਵੈਰੀ ਮਚ।